पुकार टीवी के आदरयोग दर्शकों ते श्रोतियों, मैं रिशपाल सिंह ते पुकार टीवी के नाल जुड़ रहे ने प्रोफैसर जगरूप सिंह जी सेखों, जो कि ऑल इंडिया कंपीटिटिव एग्जामिनेशन खालसा कॉलेज अमृतसर विखे सेवावां निभा रहे ने। नामवर लेखक ने, नामवर बुलारे ने ते पंजाब के मसलियां ते अपनी डूंगी नज़र रख रहे हैं। इस तो पहला कि असीं गलबात की शुरुआत करिए, प्रोफैसर जगरूप सिंह सेखों जी, पुकार टीवी की समुची टीम वालों तुहानूं जी आया, तुहाडा निੱਘਾ स्वागत जी। शुक्रिया जी, शुक्रिया। प्रोफैसर साहब, असीं पंजाब की अज की ताज़ा स्थिति ते कोई गल करनी चाहांगे, तुहाडे कोलों कुछ पुछना चाहांगे। दिल्ली के रकाबगंज गुरुद्वारा साहब की याद आउंदी है कि 27 अक्तूबर 2020 नूं देश भर दीआं किसान जथेबंदियां उत्थे इकट्ठियां होईयां ते उन्हां ने एक ऐलान किया कि दिल्ली चलो, ते तरीक ऐलानी कि 26 नवंबर 2020 नूं दिल्ली चलना है। ते उस मीटिंग विच 500 तो वध जिहड़े ने जथेबंदियां दा महाज जिहड़ा सी वो साझा किसान मोर्चा बनिया, एक बैनर हेठ सारे जथेबंद होए। ਉਹਦੇ ਲਈ 7 ਮੈਂਬਰੀ ਇੱਕ ਜਿਹੜੀ ਆ ਤਾਲਮੇਲ ਕਮੇਟੀ ਬਣਾ ਲਈ ਗਈ ਤੇ ਉਸ ਫਿਰ 27 ਅਕਤੂਬਰ ਤੋਂ ਲੈ ਕੇ 1 ਮਹੀਨਾ ਬੜੀ ਵਿਉਂਤਬੰਦੀ ਨਾਲ ਮੁਹਿੰਮ ਚਲਾਈ ਗਈ। ਗਾਇਕਾਂ ਨੇ ਐਲਾਨ ਕੀਤੇ, ਉਹਨਾਂ ਨੇ ਲੋਕਾਂ ਤੇ ਉਤਸ਼ਾਹ ਭਰਿਆ। ਕਿਸਾਨ ਯੂਨੀਅਨ ਨੇ ਪਿੰਡਾਂ 'ਚ ਮਸ਼ਾਲ ਮਾਰਚ ਕੱਢੇ, ਜਲੂਸ ਕੱਢੇ, ਫਿਰ ਉਹਨਾਂ ਨੇ ਫੰਡ ਇਕੱਠੇ ਕੀਤੇ। ਦਿੱਲੀ ਚਲੋ ਮੁਹਿੰਮ ਲਈ ਲੋਕ, ਟਰੈਕਟਰ, ਟਰਾਲੀਆਂ, ਖਾਣ ਪੀਣ ਲਈ ਬਾਲਣ, ਸਾਧਨ, ਸਭ ਕੁਝ ਲਾਮਬੰਦੀ ਕੀਤੀ ਤੇ ਇਸੇ ਦੌਰਾਨ ਉਹਨਾਂ ਨੇ ਯੂਨੀਅਨਾਂ ਦੀ ਮੈਂਬਰਸ਼ਿਪ ਕੀਤੀ। 1 ਮਹੀਨਾ ਇਹ ਬੜੀ ਤਕੜੀ ਵਿਉਂਤਬੰਦੀ ਕੀਤੀ ਸੀ। ਤੇ ਉਸ ਤੋਂ ਬਾਅਦ ਕੱਲ ਦਾ ਦਿਨ ਯਾਦ ਆਉਂਦਾ, ਉਹ ਵੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣਾ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਜਿਹੜਾ ਮਾਰਚ ਕੀਤਾ ਹੈ। ਇਹਨਾਂ ਦੋਨਾਂ ਦਿਨਾਂ ਤੇ ਦੋਨਾਂ ਘਟਨਾਵਾਂ ਦੇ ਵਿਚਕਾਰ ਅਸੀਂ ਇਸ ਤੁਹਾਡੀ ਸਥਿਤੀ ਦੇ ਵਿਸ਼ਲੇਸ਼ਣ ਕਰਵਾਉਣਾ ਚਾਹੁੰਦੇ ਹਾਂ ਜੀ। जी, ਤੁਸੀਂ ਦੱਸਿਆ ਕਿ ਪਿਛਲੇ ਸਾਲ ਜਿਹੜਾ 20 ਵਾਲਾ ਜਿਹੜਾ ਸੀਗਾ ਆਪਣਾ ਪਹਿਲਾ ਇਕੱਠ ਹੋਇਆ ਸੀ ਤੇ ਜਿਹੜਾ ਕੱਲ ਇਕੱਠ ਹੋਇਆ, ਇਹ ਠੀਕ ਆ। ਆਮ ਤੌਰ ਤੇ ਮੋਟੇ ਤੌਰ ਤੇ ਅਸੀਂ ਕਿਸੇ ਵੀ ਕੋਈ ਵੀ ਚੀਜ਼ ਹੁੰਦੀ ਆ ਉਹਨੂੰ ਦੋ ਪਾਸਿਆਂ ਤੋਂ ਦੇਖਦੇ ਆ, ਕੋਈ ਵੀ ਲੈ ਸਕਦੇ ਆ। ਔਰ ਜੇ ਕੀਤਾ ਜਾਵੇ ਕਿ ਧਰਮ ਨੂੰ ਵੀ ਦੋ ਪਾਸਿਆਂ ਤੋਂ ਦੇਖਿਆ ਜਾ ਸਕਦਾ। ਇੱਕ ਸਥਾਪਤੀ ਦਾ ਧਰਮ ਹੁੰਦਾ ਵਾ, ਇੱਕ ਆਮ ਲੋਕਾਂ ਦਾ ਧਰਮ ਹੁੰਦਾ ਵਾ। ਇਸੇ ਤਰੀਕੇ ਨਾਲ ਜਿਹੜਾ ਕੱਲ ਵਾਲਾ ਤੁਸੀਂ ਦੇਖਿਆ ਉੱਥੇ ਕਿ ਜੋ ਰੋਸ ਮੁਜ਼ਾਹਰਾ ਹੋਇਆ ਪੋਲੀਟੀਕਲ ਪਾਰਟੀ ਵੱਲੋਂ ਹੋਇਆ ਵਾ, ਉਹ ਇੱਕ ਕਿਸਮ ਦੀ ਸਥਾਪਤੀ ਵਾਲੇ ਪਾਸਿਓਂ ਜਿਹੜਾ ਸੀਗਾ ਰੋਸ ਮੁਜ਼ਾਹਰਾ ਸੀਗਾ। ਤੇ ਜਿਹੜਾ 1 ਸਾਲ ਤੁਸੀਂ ਪਹਿਲਾਂ ਗੱਲ ਕੀਤੀ ਆ 12 ਮਹੀਨੇ, ਉਹ ਜਿਹੜਾ ਸੀਗਾ ਉਹ ਲੋਕਾਂ ਦਾ ਜਿਹੜਾ ਸੀਗਾ ਰੋਸ ਮੁਜ਼ਾਹਰਾ ਸੀਗਾ। ਉਹ ਥੱਲੜੇ ਪਾਸੇ ਤੋਂ ਧਰਾਤਲ ਤੋਂ ਜਿਹੜੀ ਉੱਠੀ ਇੱਕ ਉਹਨੂੰ ਕਹਿੰਦੇ ਆਪਾਂ ਕਹਿ ਸਕਦੇ ਚੀਕ ਕਹਿ ਸਕਦੇ ਆ, ਜਾਂ ਜਿਹੜੀ ਸੀਸ ਹੁੰਦੀ ਆ, ਦਰਦ ਜਿਹੜੀ ਹੁੰਦੀ ਆ ਦਿਲ ਦੀ, ਉਹਦੇ ਵਿੱਚੋਂ ਉੱਠਿਆ ਸੀਗਾ। ਕੱਲ ਵਾਲਾ ਜਿਹੜਾ ਸੀਗਾ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਰਾਜਨੀਤੀ ਜਿਹੜੀ ਹੈਗੀ ਆ ਉਹ ਜ਼ਿਆਦਾ ਦਿਖਾਈ ਦਊਗੀ। ਤੇ ਮੋਟੇ ਤੌਰ ਤੇ ਫਰਕ ਇਹਨਾਂ ਦੇ ਵਿੱਚ ਇਹੀ ਹੈਗਾ ਵਾ ਕਿ ਇੱਕ ਸਥਾਪਤੀ ਵਾਲੇ ਪਾਸੋਂ ਲੈ ਸਕਦੀ, ਕਿਉਂਕਿ ਪੋਲੀਟੀਕਲ ਪਾਰਟੀ ਆ, ਉਹਨਾਂ ਨੇ ਵੀ ਆਪਣੀ ਜ਼ਮੀਨ ਬਣਾਉਣੀ ਆ, ਉਹਨਾਂ ਨੇ ਵੀ ਕੋਈ ਨਾ ਇਸ ਕਿਸਮ ਦੀ ਗੱਲ ਕਰਨੀ ਆ। ਤੇ ਜਿਹੜਾ ਪਹਿਲਾ ਸੀਗਾ ਉਹ ਤਾਂ ਆਪ ਮੁਹਾਰਾ ਸੀਗਾ। ਉਹ ਲੋਕਾਂ ਨੇ ਆਪਣੇ ਤੌਰ ਦੇ ਉੱਤੇ ਇੱਥੇ ਪਹੁੰਚੇ, ਬਹੁਤ ਵੱਡੀ ਕੋਸ਼ਿਸ਼ ਕੀਤੀ, ਐਫਰਟ ਕੀਤੀ, ਕਿਉਂਕਿ ਜਦੋਂ ਜੂਨ ਤੋਂ ਹੀ ਇਹ ਜਿਹੜੇ ਆਰਡੀਨੈਂਸ ਆ ਗਏ ਸੀਗੇ ਤੇ ਉਸ ਤੋਂ ਬਾਅਦ ਜਦੋਂ 17 ਤਰੀਕ ਨੂੰ ਇਹਨਾਂ ਨੇ ਬਣਾ ਦਿੱਤੇ ਸੀਗੇ ਆਰਡੀਨੈਂਸ ਵੇਲੇ ਹੀ ਪੰਜਾਬ ਦੇ ਵਿੱਚ ਕਿਸਾਨਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਤੁਹਾਡੇ ਵਰਗੇ ਜਿਹੜੇ ਹੋਰ ਸਾਥੀ ਹੈਗੇ ਆ, ਮੀਡੀਆ ਵਾਲੇ ਆ, ਪੱਤਰਕਾਰ ਵਾ, ਬਹੁਤ ਜਿਹੜੇ ਸਿਆਣੇ ਬੁੱਧੀਜੀਵੀ ਹੈਗੇ ਆ, ਜਿਹੜੇ ਆਰਥਿਕਤਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ, ਜਿਹੜੇ ਸਮਾਜਿਕ ਵਿਵਸਥਾ ਨੂੰ ਸਮਝਦੇ ਆ, ਜਾਂ ਕਿਸਾਨੀ ਨੂੰ ਸਮਝਦੇ ਆ, ਜਾਂ ਜਿਹਨਾਂ ਦਾ ਲੋਕ ਭਲਾਈ ਦੇ ਨਾਲ ਵਿਵਸਥਾ ਹੈਗਾ ਵਾ, ਉਹਨਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ। ਤੇ ਉਹ ਆਵਾਜ਼ ਹੌਲੀ ਹੌਲੀ ਦੇਖਿਆ ਕਿ ਉਹ ਲੋਕਾਂ ਦੀ ਆਵਾਜ਼ ਬਣ ਗਈ। ਔਰ ਇਹ ਸ਼ੁਰੂ ਹੋਇਆ ਇੱਕ ਜਿਹੜਾ ਅੰਦੋਲਨ ਸੀਗਾ ਪਿੰਡਾਂ ਦੇ ਉੱਤੋਂ, ਫਿਰ ਮੁੜ ਕੇ ਉਹ ਜਿਹੜਾ ਸੀਗਾ ਟੋਲ ਪਲਾਜ਼ਾ ਤੇ ਆਇਆ, ਫਿਰ ਹੌਲੀ ਹੌਲੀ ਸਰਹੱਦਾਂ ਤੇ ਗਿਆ, ਤੇ ਸਰਹੱਦਾਂ ਤੋਂ ਜਾ ਕੇ ਉਹ ਦਿੱਲੀ ਦੇ ਵਿੱਚ ਪਹੁੰਚ ਗਿਆ। ਤੇ ਦਿੱਲੀ ਤੋਂ ਪਹੁੰਚਦਿਆਂ ਫਿਰ ਉਹ ਜਿਹੜਾ ਸੀ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਉਸ ਆਵਾਮ ਦੀ ਆਵਾਜ਼ ਬਣ ਕੇ ਨੁਮਾਇੰਦੇ ਦੇ ਤੌਰ ਤੇ ਕੰਮ ਕਰ ਰਿਹਾ ਹੈ ਕਿ ਜਿਹੜਾ ਆਵਾਮ ਚਾਹੁੰਦਾ ਹੈ ਕਿ ਜਿਸ ਕਿਸਮ ਦਾ ਆਰਥਿਕ ਵਰਤਾਰਾ ਚੱਲ ਰਿਹਾ ਹੈ, ਜਾਂ ਜਿਸ ਕਿਸਮ ਦੀ ਸਾਰੀ ਇਕਨੋਮਿਕ ਗਰੋਥ ਹੋ ਰਹੀ ਆ ਦੁਨੀਆ ਦੇ ਵਿੱਚ, ਕਿ ਜਿਹਦੇ ਵਿੱਚ
ਜਿਹੜਾ ਸਾਧਨ ਜਿਹੜੇ ਆ ਉਹ ਬਹੁਤ ਘੱਟ ਲੋਕਾਂ ਦੇ, ਬਹੁਤ ਵੱਡੇ ਜਿਹੜੇ ਸਾਧਨ ਹੈਗੇ ਉਹ ਬਹੁਤ ਥੋੜੇ ਲੋਕਾਂ ਕੋਲ ਜਾ ਰਹੇ ਆ, ਤੇ ਜਿਹੜੀ ਵੱਡੀ ਗਿਣਤੀ ਦੇ ਲੋਕ ਜਿਹੜੇ ਹੈਗੇ ਆ ਉਹਨਾਂ ਸਾਧਨਾਂ ਤੋਂ ਜਿਹੜਾ ਹੈਗਾ ਉਹ ਲਾਂਭੇ ਜਾ ਰਹੇ ਆ। ਤੇ ਇਸ ਕਰਕੇ ਉਹ ਤਾਂ ਸਸਟੇਨ ਕੀਤਾ, ਸਾਲ ਚੱਲ ਗਿਆ, ਪਤਾ ਨਹੀਂ ਜੇ ਹੋਰ ਵੀ ਚੱਲੂਗਾ ਜਾਂ ਜਦੋਂ ਇਹ ਮਸਲਾ ਖਤਮ ਹੀ ਹੁੰਦਾ ਵਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਉਹਦੇ ਉੱਤੇ ਬਹੁਤ ਸਾਰੀ ਰਿਸਰਚ ਵੀ ਹੋਊਗੀ, ਉਹਦੇ ਉੱਤੇ ਬਹੁਤ ਸਾਰੇ ਲੇਖ ਲਿਖੇ ਜਾਣਗੇ, ਉਹਦੇ ਤੋਂ ਜਿਹੜੀਆਂ ਹੋਰ ਕਿਸਾਨੀ ਸੰਘਰਸ਼ ਹੈਗੇ ਆ ਜਾਂ ਜਨ ਸੰਘਰਸ਼ ਹੈਗੇ ਆ ਜਾਂ ਜਿਹੜੀਆਂ ਹੋਰ ਆਪਣੇ ਹੱਕਾਂ ਲਈ ਲੜਦੀਆਂ ਜਥੇਬੰਦੀਆਂ ਵਾ ਉਹਨਾਂ ਨੂੰ ਇੱਕ ਬਹੁਤ ਵੱਡੀ ਇੰਸਪੀਰੇਸ਼ਨ ਮਿਲੂਗੀ। ਤੇ ਜਿਹੜਾ ਤੁਸੀਂ ਕੱਲ ਦੇਖਿਆ ਵਾ ਉਹ ਤਾਂ ਇੱਕ ਕਹਿ ਸਕਦੇ ਆ ਕਿ ਟੈਂਪਰੇਰੀ ਫੇਜ਼ ਦੇ ਤੌਰ ਦੇ ਉੱਤੇ ਜਿਹੜਾ ਸੀਗਾ ਉਹ ਹੋਊਗਾ, ਜਿੱਦਾਂ ਆਮ ਤੌਰ ਤੇ ਸਥਾਪਤੀ ਵਾਲੇ ਟੋਕਨ ਦੇ ਤੌਰ ਦੇ ਉੱਤੇ ਜਾਂ ਆਪਣੀ ਗਵਾਚੀ ਜ਼ਮੀਨ ਨੂੰ ਲੱਭਣ ਵਾਸਤੇ, ਜਾਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਪੋਲੀਟੀਕਲ ਪਾਰਟੀਆਂ ਦੀ ਇਸ ਵੇਲੇ। ਪੰਜਾਬ ਦੀ ਸਮੱਸਿਆ ਰਾਜਨੀਤੀ ਦੇ ਵਿੱਚ ਇਹ ਹੈਗਾ ਕਿ ਅਕਾਲੀ ਦਲ ਨੂੰ ਜਿਹੜੀ ਜਗ੍ਹਾ ਹੁੰਦੀ ਸੀ, ਕਿਉਂਕਿ ਅਕਾਲੀ ਦਲ ਦਾ ਜਿਹੜਾ ਮੇਨ ਬੇਸ ਜਿਹੜਾ ਸੀ ਧਰਾਤਲ ਸੀਗਾ, ਜਦੋਂ ਦੀ ਅਕਾਲੀ ਪਾਰਟੀ ਬਣੀ ਆ ਉਹ ਕਿਸਾਨੀ ਤੇ ਪਿੰਡੂ ਭਾਈਚਾਰਾ ਸੀਗਾ। ਔਰ ਜਦੋਂ ਤੋਂ ਹੀ ਇਹ ਇਸਨੇ ਰਾਜਨੀਤੀ ਦੇ ਵਿੱਚ ਵੀ ਆਏ ਆ ਜਾਂ ਆਮ ਲੋਕਾਂ ਨੂੰ ਦੇਸ਼ ਦੀ ਆਜ਼ਾਦੀ ਦੇ ਵਿੱਚ ਮੋਬਿਲਾਈਜ਼ ਕੀਤਾ ਵਾ, ਇਹ ਪਿੰਡੂ ਲੋਕਾਂ ਦੀ ਪਾਰਟੀ ਸੀ, ਸਧਾਰਨ ਲੋਕਾਂ ਦੀ ਪਾਰਟੀ ਸੀ, ਕਿਸਾਨੀ ਦੀ ਪਾਰਟੀ ਸੀਗੀ। ਇਹ ਜਿਹੜੇ ਮਜ਼ਦੂਰ ਉਹਨਾਂ ਲੋਕਾਂ ਦੀ ਪਾਰਟੀ ਸੀ, ਸਿੱਧੇ ਸਾਦੇ ਲੋਕਾਂ ਦੀ ਪਾਰਟੀ ਸੀ। ਪਰ ਅਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਇਸ ਪਾਰਟੀ ਨੂੰ ਇਹਨਾਂ ਜਗ੍ਹਾ ਦੇ ਉੱਤੇ ਬਹੁਤ ਵੱਡਾ ਧੱਕਾ ਲੱਗਾ ਵਾ। ਇਹਨਾਂ ਦੀ ਜਿਹੜੀ ਰਾਜਨੀਤਿਕ ਜ਼ਮੀਨ ਉੱਥੋਂ ਜਿਹੜੀ ਹੈਗੀ ਉਹਨਾਂ ਦੇ ਪੈਰਾਂ ਥੱਲਿਓਂ ਨਿਕਲੀ ਆ। ਹੁਣ ਇੱਕ ਕੋਸ਼ਿਸ਼ ਦੇ ਤੌਰ ਤੇ ਵੀ ਹੋ ਸਕਦਾ ਵੀ ਉਹ ਕੋਸ਼ਿਸ਼ ਕਰ ਰਹੇ ਆ ਕਿ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਨੈਸ਼ਨਲ ਜਿਹੜੀ ਸਟੇਟ ਦੀ ਮੇਨ ਸਟ੍ਰੀਮ ਹੈਗੀ, ਕਿਉਂਕਿ ਅਗਲੀਆਂ ਇਲੈਕਸ਼ਨ ਆਉਣ ਵਾਲੀਆਂ ਇਹ ਸਾਰਾ ਜਿਹੜਾ ਜੋ ਵੀ ਹੋ ਰਿਹਾ ਇਸ ਵੇਲੇ ਹੈ ਤਾਂ ਸਾਹਮਣੇ ਵੋਟਾਂ ਨੂੰ ਵੇਖ ਕੇ ਹੋ ਰਿਹਾ ਜਾਂ ਆਉਣ ਵਾਲੀਆਂ ਇਲੈਕਸ਼ਨ ਨੂੰ ਸਾਹਮਣੇ ਵੇਖ ਕੇ ਹੋ ਰਿਹਾ ਹੈ। ਤਾਂ ਇਸ ਕਰਕੇ ਇਹਨੂੰ ਇਸ ਤਰੀਕੇ ਨਾਲ ਮੈਂ ਤਾਂ ਜਿਹੜੀ ਮੇਰੀ ਥੋੜੀ ਬਹੁਤੀ ਸਮਝ ਹੈਗੀ ਆ, ਮੈਂ ਤੈਨੂੰ ਇਸ ਤਰੀਕੇ ਨਾਲ ਦੋਵਾਂ ਜਿਹੜੀਆਂ ਵੱਡੀਆਂ ਘਟਨਾਵਾਂ ਲਾ ਲਓ ਤੁਸੀਂ ਜਾਂ ਵੱਡੇ ਜਿਹੜੇ ਇਹ ਸ਼ੁਰੂਆਤ ਸੀਗੇ ਜਾਂ ਜਿਹੜੇ ਏਜੰਡੇ ਸੀਗੇ ਉਹਨੂੰ ਇਸ ਤਰੀਕੇ ਨਾਲ ਦੇਖਦਾ। ਪ੍ਰੋਫੈਸਰ ਸਾਹਿਬ, ਤੁਹਾਡੀ ਵਿਚਾਰ ਦੇ ਵਿੱਚੋਂ 2-3 ਪ੍ਰਸ਼ਨਾਂ ਨੇ ਜਨਮ ਲੈ ਲਿਆ। ਤੁਸੀਂ ਇੱਕ ਧਰਮ ਦਾ ਸ਼ਬਦ ਵਰਤੋਂ ਕੀਤੀ, ਉੱਥੇ ਇਹ ਵੀ ਯਤਨ ਕੀਤਾ ਗਿਆ ਵੀ ਦਿਲ ਦੀ ਹੂਕ ਤੋਂ ਇੱਕ ਵਾਰੀ ਇਹ ਗਾਇਆ ਜਾਵੇ ਵੀ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ, ਗਵਾਉਣ ਦਾ ਯਤਨ ਕੀਤਾ ਗਿਆ। ਦੂਸਰੀ ਬੇਨਤੀ ਕਿ ਕੀ ਇੱਕ ਪਾਸੇ 9 ਮਹੀਨੇ ਦਾ ਅੰਦੋਲਨ ਤੇ ਦੂਜੇ ਪਾਸੇ 1 ਰੋਜ਼ਾ ਮੈਚ, ਇਹ ਕਿੰਨੀ ਆਪਣੀ ਅਹਿਮੀਅਤ ਰੱਖੇਗਾ ਜੀ? ਤੇ ਦੂਸਰੀ ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਪੰਥ ਤੇਰੇ ਦੀਆਂ ਗੂੰਜਾਂ ਦੀ ਗੱਲ ਵੀ ਕੀਤੀ ਜੀ। ਨਹੀਂ ਦੇਖੋ ਜੀ, ਇਹ ਤਾਂ ਜਿਹੜਾ ਤੁਸੀਂ ਉਹ 9 ਮਹੀਨਿਆਂ ਵਾਲਾ 10 ਮਹੀਨਿਆਂ ਵਾਲਾ ਉਹਨੇ ਤੇ ਆਪਣੇ ਆਪ ਦੀ ਮਿਸਾਲ ਖੜੀ ਕੀਤੀ ਆ। ਉਹਦੇ ਵਿੱਚ ਹਰ ਕਿਸਮ ਦੇ ਲੋਕ ਤੁਹਾਨੂੰ ਮਿਲਦੇ ਆ। ਉਹਦੇ ਵਿੱਚ ਮੈਨੂੰ ਤਾਂ ਇਹ ਲੱਗਦਾ, ਕਿਉਂਕਿ ਮੈਂ ਬਹੁਤਾ ਜ਼ਿਆਦਾ ਧਰਮ ਬਾਰੇ ਨਾ ਤਾਂ ਠੀਕ ਆ, ਮੈਂ ਖਾਲਸਾ ਸਕੂਲ 'ਚ ਪੜ੍ਹਿਆ ਤੇ ਸਾਨੂੰ ਬਹੁਤ ਕੁਝ ਸਿਖਾਇਆ ਗਿਆ ਸੀਗਾ, ਚੰਗਾ ਬਹੁਤ ਸਿਖਾਇਆ ਗਿਆ ਸੀਗਾ। ਤੇ ਜਿਹੜਾ ਮੈਂ ਧਰਮ ਬਾਰੇ ਮੇਰੀ ਸਮਝ ਹੈਗੀ ਆ ਉਹ ਤਾਂ ਹੈਗੀ ਆ ਕਿ ਉਹ ਧਰਮ ਤਾਂ ਉਹਦੇ ਵਿੱਚ ਜਿਹੜਾ ਹੈਗਾ ਉਹ ਦਿਲ ਤੋਂ ਲੋਕਾਂ ਦੀ ਮਦਦ ਕਰਨ ਵਾਲੀ ਗੱਲ ਹੈਗੀ ਆ, ਦਿਲ ਤੋਂ ਲੋਕਾਂ ਦੇ ਨਾਲ ਹਮਦਰਦੀ ਕਰਨ ਵਾਲੀ ਗੱਲ ਹੈਗੀ ਆ। ਔਰ ਸਾਦੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈਗਾ ਵਾ ਉਹ ਆਮ ਲੋਕਾਂ 'ਚ ਮਿਲੋ ਵਰਤੋ, ਉਹਨਾਂ ਨਾਲ ਭਾਈਚਾਰਾ ਕਾਇਮ ਕਰੋ, ਉਹਨਾਂ ਨਾਲ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋ, ਉਹਨਾਂ ਦੀ ਅਭੀ ਨਬੀ ਦੇ ਵਿੱਚ ਜਾਓ, ਤੁਸੀਂ ਉਹਨਾਂ ਦੀ ਮਦਦ ਕਰੋ, ਸਾਰਾ ਕੰਮ ਇਕੱਠੇ ਹੋ ਕੇ ਕਰੋ, ਜਿਹਦੇ ਵਿੱਚੋਂ ਭਾਵੇਂ ਉਹ ਲੰਗਰ ਦੀ ਗੱਲ ਆਪਾਂ ਕਰਦੇ ਹਾਂ। ਤੇ ਉਸ ਅੰਦੋਲਨ ਦੀ ਤਾਂ ਆਪਾਂ ਮਤਲਬ ਕੋਈ ਮਿਸਾਲ ਦੁਨੀਆ 'ਚ ਹੈ ਹੀ ਨਹੀਂ ਹੈ। ਜਿਸ ਤਰੀਕੇ ਨਾਲ ਉਹਨਾਂ ਨੇ ਪਿੰਡ ਤੋਂ ਲੈ ਕੇ ਮਤਲਬ ਗਵਾਂਢ ਤੋਂ ਲੈ ਕੇ ਤੇ ਦੁਨੀਆ ਤੱਕ ਮੈਂ ਤਾਂ ਕਹੂੰਗਾ ਵੀ ਜਿਸ ਕਿਸਮ ਦਾ ਭਾਈਚਾਰਾ ਜਿਹੜਾ ਉਹਨਾਂ ਨੇ ਕਾਇਮ ਕੀਤਾ ਹੈ, ਕਿਸ ਤਰੀਕੇ ਦੀਆਂ ਵੰਡੀਆਂ ਸੀ ਪਿੰਡਾਂ ਦੇ ਵਿੱਚ, ਆਪਾਂ ਸਭ ਨੂੰ ਪਤਾ ਪਿੰਡ 'ਚ ਰਹਿਣ ਵਾਲਿਆਂ ਨੂੰ ਵੀ ਕਿੱਦਾਂ ਸਾਡੀ ਲੜਾਈ ਸੀ, ਝਗੜੇ ਸੀ, ਜ਼ਮੀਨਾਂ ਤੋਂ ਭਰਾਵਾਂ ਦੇ ਸੀ, ਗੁਆਂਢੀਆਂ ਦੇ ਨਾਲ ਸੀ, ਸ਼ਰੀਕਾਂ ਦੇ ਨਾਲ ਸੀਗੇ, ਜਾਂ ਹੋਰ ਕਈ ਕਿਸਮ ਦੀਆਂ ਜਿਹੜੀਆਂ ਧੜੇਬੰਦੀਆਂ ਸੀ ਪਿੰਡਾਂ ਦੇ ਵਿੱਚ ਵੀ, ਉਹ ਅਕਾਲੀ ਆਓ, ਕਾਂਗਰਸੀ ਆਓ, ਕਾਮਰੇਡ ਆ, ਦੂਸਰਾ ਤੀਸਰਾ, ਇਹਨਾਂ ਸਾਰਿਆਂ ਨੂੰ ਛੱਡ ਕੇ ਮੈਨੂੰ ਲੱਗਦਾ ਕਿ ਕਈ ਵਾਰੀ ਮੈਂ ਇਹ ਵੀ ਸੋਚਦਾ ਕਿ ਇੱਥੇ ਜਿਹੜੀ ਹੈਗੀ ਬਾਬੇ ਨਾਨਕ ਦੀ ਇਹ ਜਿਹੜਾ ਸੰਘਰਸ਼ ਹੈਗਾ ਕਿ ਉਹਦੇ ਵਿੱਚੋਂ ਇਹ ਚੀਜ਼ ਬਹੁਤ ਜਿਹੜੀ ਹੈਗੀ ਆ ਉਹ ਦਿਖਾਈ ਦਿੰਦੀ ਆ ਕਿ ਜਦੋਂ ਲੋਕੀ ਦਿੱਲੀ ਜਾਂਦੇ ਆ ਪਿੰਡ ਦੇ ਵਿੱਚੋਂ ਟਰਾਲੀ ਤੇ ਭਰ ਕੇ ਜਾਂਦੇ ਆ, ਜਾਂ ਜਿਹੜੇ ਉੱਥੇ ਬੈਠੇ ਆ ਆਪਣੇ ਮੋਰਚਿਆਂ ਦੇ ਉੱਤੇ ਜਾਂ ਉੱਥੇ ਇਹ ਚੀਜ਼ ਹੈ ਹੀ ਨਹੀਂ ਹੈ। ਧਰਮ ਦੀ ਵੰਡ ਨਹੀਂ ਹੈ, ਭਾਸ਼ਾ ਦੀ ਵੰਡ ਨਹੀਂ ਹੈ, ਫਿਰ ਤੁਹਾਡਾ ਜਿਹੜਾ ਇਲਾਕਿਆਂ ਦੀ ਵੰਡ ਨਹੀਂ ਹੈ। ਪਿਛਲੇ ਆਪਾਂ ਦੇਖਿਆ ਕਿ 55 ਸਾਲ ਤੋਂ ਉਹ ਹਰਿਆਣਾ ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਾਲਾ ਚੱਕਰ ਚੱਲੀ ਜਾਂਦਾ ਸੀ, ਉਹ ਹਰਿਆਣਵੀ ਆ, ਉਹ ਪੰਜਾਬੀ ਆ, ਹੁਣ ਕਿੱਥੇ ਉਹ ਸਾਰੀਆਂ ਜਾਟ ਵਾ, ਉਹ ਜੱਟ ਵਾ, ਉਹ ਫਲਾਨਾ ਹੈ, ਢਿੰਗੜਾ ਹੈ, ਏਦਾਂ ਹੀ ਯੂਪੀ ਦੇ ਵਿੱਚ ਹੋਇਆ। ਔਰ ਖਾਸ ਕਰਕੇ ਜਿਹੜੀ ਭਾਈਚਾਰਕ ਸਾਂਝ ਸਭ ਤੋਂ ਜਿਹੜੀ ਜ਼ਰੂਰੀ, ਇੱਕ ਤਾਂ ਪੰਜਾਬ ਹਰਿਆਣੇ ਦੀ ਹੈਗੀ ਆ, ਦੂਸਰੀ ਜਿਹੜੀ ਯੂਪੀ ਦੇ ਵਿੱਚ ਵੈਸਟਰਨ ਯੂਪੀ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਉਹ ਆਪਣੇ ਆਪ ਵਿੱਚ ਬਹੁਤ ਕਮਾਲ ਦੀ ਆ। ਕਿਉਂਕਿ ਅਸੀਂ ਦੇਖਿਆ ਕਿ ਪਿਛਲੇ 6-7 ਸਾਲ ਤੋਂ ਜਿਹੜੀ ਰਾਜ ਕਰਦੀ ਧਿਰ ਹੈਗੀ ਆ ਕਿਸ ਤਰੀਕੇ ਨਾਲ ਭਾਈਚਾਰਕ ਸਾਂਝ ਨੂੰ ਉਹਨੇ ਤੋੜਿਆ। ਕਾਂਗਰਸ ਵੀ ਇਹੀ ਕੰਮ ਸਾਰੀਆਂ ਪਾਰਟੀਆਂ ਕਰਦੀਆਂ,
ਕੋਈ ਜਾਤ ਪਾਤ ਵਾਲੀ ਪਾਰਟੀ ਹੈਗੀ ਆ, ਕੋਈ ਇਹ ਧਰਮ ਵਾਲੀ ਪਾਰਟੀ ਹੈਗੀ। ਉਹ ਤੋਂ ਬਿਨਾਂ ਕਾਂਗਰਸ ਨੇ ਵੀ ਇਹੀ ਕੰਮ ਕੀਤਾ, ਧਰਮ ਨੂੰ ਵੀ ਯੂਜ਼ ਕੀਤਾ, ਰਿਲੀਜਨ ਨੂੰ ਵੀ ਯੂਜ਼ ਕੀਤਾ, ਕਾਸਟ ਨੂੰ ਵੀ ਯੂਜ਼ ਕੀਤਾ, ਬਹੁਤ ਕੁਝ ਯੂਜ਼ ਕੀਤਾ। ਫਿਰ ਇਸੇ ਤਰੀਕੇ ਨਾਲ ਹੋਰ ਪਾਰਟੀਆਂ ਵੀ ਇਹੀ ਕਰਦੀਆਂ ਉਹਦੇ ਵਿੱਚੋਂ। ਪਰ ਮੈਨੂੰ ਲੱਗਦਾ ਵੀ ਇਹ ਜਿਹੜਾ ਕਿਸਾਨੀ ਅੰਦੋਲਨ ਸੀਗਾ, ਜਿਹੜਾ ਸੰਘਰਸ਼ ਸੀਗਾ, ਇਹਨੇ ਸਾਰਿਆਂ ਦੇ ਉੱਤੇ ਸੁਹਾਗਾ ਫੇਰਤਾ ਕਿ ਜਿਹੜੀਆਂ ਉਹ ਵੰਡੀਆਂ ਪਈਆਂ ਸੀ ਉਹਦੇ ਉੱਤੇ ਇੱਕ ਕਿਸਮ ਦਾ ਸੁਹਾਗਾ ਫੇਰ ਦਿੱਤਾ। ਔਰ ਪਿਛਲੇ 9-10 ਮਹੀਨਿਆਂ ਤੋਂ ਉਹਨਾਂ ਦਾ ਜਿਹੜਾ ਆਪਸੀ ਭਾਈਚਾਰਾ ਹੈ, ਜਿਹੜਾ ਮੇਲ ਹੈ, ਮੈਨੂੰ ਤਾਂ ਲੱਗਦਾ ਵੀ ਉਹਦੇ ਨਾਲ ਜਿਹੜੀ ਇਸ ਸਾਰਾ ਜਿਹੜਾ ਕਿਸਾਨੀ ਅੰਦੋਲਨ ਹੈ ਸੀਗਾ, ਮੁੱਦਿਆਂ ਦੇ ਨਾਲ ਨਾਲ ਉਹਨੇ ਇੱਕ ਹੋਰ ਕਿਸਮ ਦੀ ਜਿਹੜੀ ਕਹਿੰਦਾ ਰੀਤ ਪਾਈ ਆ, ਪਿੜ ਪਾਈ ਆ ਕਿ ਅਸੀਂ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ, ਇਹੋ ਜਿਹੇ ਸਮਾਜ ਅਸੀਂ ਰਹਿ ਸਕਦੇ ਹਾਂ, ਜਾਂ ਇਹ ਸਮਾਜ ਦੇ ਵਿੱਚ ਅਸੀਂ ਇੱਕ ਦੂਜੇ ਦੇ ਬਣ ਕੇ ਜਿਹੜਾ ਹੈਗਾ ਵਾ ਉਹ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ। ਪ੍ਰੋਫੈਸਰ ਸਾਹਿਬ, ਇਹਦਾ ਮਤਲਬ ਕਿ ਇੱਕ ਰੋਜ਼ਾ ਜਿਹੜਾ ਮੈਚ ਆ ਉਹ ਕੋਈ ਬਹੁਤ ਵੱਡਾ ਪ੍ਰਭਾਵ ਨਹੀਂ ਦੇ ਸਕੇਗਾ। ਤੇ ਦੂਸਰੀ ਬੇਨਤੀ ਕਿ ਕੱਲ ਵਾਲਾ ਜਿਹੜਾ ਇਹਨਾਂ ਦਾ ਮਾਰਚ ਵਿੱਚ ਸੀਗਾ, ਉਹਦੀ ਬੇਸ਼ੱਕ ਇਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਕਿਸਾਨੀ ਹਮਾਇਤ ਵਿੱਚ ਆ, ਕਿਸਾਨੀ ਸੰਘਰਸ਼ ਲਈ ਆ, ਬੈਨਰ ਵੀ ਸਾਰੇ ਉਹੀ ਸੀ, ਪਰ ਕਿਸਾਨੀ ਝੰਡੇ ਕੋਈ ਨਜ਼ਰ ਨਹੀਂ ਆਏ ਉੱਥੇ। ਮੈਨੂੰ ਲੱਗਦਾ ਕਿ ਦੇਖੋ ਦੋ ਚੀਜ਼ਾਂ ਹੁੰਦੀਆਂ ਜੀ, ਇੱਕ ਤਾਂ ਹੁੰਦੀਆਂ ਕਿ ਤੁਹਾਡੀ ਕ੍ਰੈਡੀਬਿਲਿਟੀ ਕੀ ਆ, ਤੇ ਇੱਕ ਤੁਹਾਡੀ ਲੈਜੀਟੀਮੇਸੀ ਕੀ ਆ। ਕ੍ਰੈਡੀਬਿਲਿਟੀ ਤੇ ਲੈਜੀਟੀਮੇਸੀ ਲੋਕਾਂ ਦੇ ਦਿਲਾਂ 'ਚ ਹੁੰਦੀ ਆ। ਠੀਕ ਆ, ਜਦੋਂ ਇਹ ਸਰਕਾਰ 'ਚ ਹੁੰਦੇ ਆ, ਤਾਕਤ ਦੇ ਵਿੱਚ ਹੁੰਦੇ ਆ, ਇਹ ਆਪਣਾ ਜੋ ਮਰਜ਼ੀ ਕਰੀ ਜਾਂਦੇ ਆ, ਉਹ ਜਿਹੜੇ ਵੀ ਐਕਸ਼ਨ ਨੂੰ ਲੈਜੀਟੀਮਾਈਜ਼ ਕਰ ਲੈਂਦੇ ਆ, ਜਿਹੜਾ ਹੈਗਾ ਵਾ ਆਪਣੇ ਆਪ ਨੂੰ ਉੱਚਾ ਚੁੱਕ ਲੈਂਦੇ ਆ। ਮੈਂ ਪਿੱਛੇ ਕਿਹਾ ਵੀ ਸੀਗਾ ਵੀ ਸਾਡਾ ਤਾਂ ਹਾਲ ਇਹ ਹੋ ਗਿਆ ਕਿ ਜਿਹਦੀ ਸਰਕਾਰ ਬਣ ਜਾਂਦੀ ਉਹਦੀ ਪਾਰਟੀ ਵੱਡੀ ਹੋ ਜਾਂਦੀ ਆ, ਤੇ ਜਿਹਦੀ ਸਰਕਾਰ ਲੈ ਜਾਂਦੀ ਆ ਉਹ ਪਾਰਟੀ ਜਿਹੜੀ ਉਹਦੀ ਖਿਸਕ ਜਾਂਦੀ ਆ। ਇਹ ਬੜੀ ਵੱਡੀ ਤਰਾਸਦੀ ਹੈਗੀ ਆ ਇਹਦੇ ਵਿੱਚੋਂ। ਸੋ ਇਹ ਤੁਸੀਂ ਦੇਖਿਆ ਹੋਣਾ, ਰਸਤੇ 'ਚ ਮੈਂ ਵੀ ਦੇਖਿਆ ਸੀਗਾ ਕਿ ਉੱਥੇ ਰਸਤੇ 'ਚ ਇਹਨਾਂ ਦਾ ਸ਼ਾਇਦ ਕਾਲੇ ਝੰਡੇ ਵੀ ਇਹਨਾਂ ਨੂੰ ਦਿਖਾਏ ਗਏ ਕਿਸਾਨਾਂ ਨੇ ਉੱਤੇ। ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਠੀਕ ਚੀਜ਼ਾਂ ਬਹੁਤ ਕਰ ਰਹੇ ਆ, ਪਰ ਜਿੰਨਾ ਚਿਰ ਇਹ ਚੀਜ਼ਾਂ ਲੋਕਾਂ ਦੇ ਮਨਾਂ ਦੇ ਉੱਤੇ ਐਕਸੈਪਟ ਨਹੀਂ ਹੁੰਦੀਆਂ, ਇਹ ਬਹੁਤਾ ਲੰਮਾ ਸਮਾਂ ਚੱਲਣ ਵਾਲੀਆਂ ਨਹੀਂ। ਕੱਲ ਕਰ ਦਿੱਤਾ, ਹੁਣ ਫਿਰ ਵਾਪਸ ਆਉਣਗੇ ਤਾਂ ਫਿਰ ਸੋਚਣਗੇ ਵੀ ਅਸੀਂ ਹੁਣ ਕਿੱਥੇ ਜਾਈਏ। ਦਿੱਲੀ ਦਾ ਤਾਂ ਹੋ ਗਿਆ, ਪੰਜਾਬ ਦੇ ਵਿੱਚ ਜਾਣਗੇ ਤਾਂ ਪੰਜਾਬ ਦੇ ਲੋਕ ਆਲਰੇਡੀ ਉਸ ਤਰੀਕੇ ਦੀ ਇਹਨਾਂ ਦੀ ਵੈਲਕਮ ਨਹੀਂ ਕਰਦੇ। ਆਪਾਂ ਸਭ ਨੂੰ ਪਤਾ ਹੈ ਕਿ ਇਲੈਕਸ਼ਨਾਂ ਤੋਂ ਪਹਿਲਾਂ ਕਿੰਨਾ ਜਿਹੜੇ MLA ਸੀਗੇ, ਇਹ ਸਿਰਫ ਅਕਾਲੀ ਦਲ ਦੇ ਨਹੀਂ, ਸਾਰਿਆਂ ਦੀ ਮੈਂ ਗੱਲ ਕਰਦਾ। ਹੁਣ ਮੈਨੂੰ ਤਾਂ ਲੱਗਦਾ ਵੀ ਸਭ ਤੋਂ ਜਿਹੜੀ ਨਫ਼ਰਤ ਦੇ ਪਾਤਰ ਹੈਗੇ ਆ, ਜਾਂ ਜਿਨ੍ਹਾਂ ਨੂੰ ਆਮ ਲੋਕ ਨਫ਼ਰਤ ਕਰਦੇ ਆ, ਉਹ ਸਾਡੇ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਆ। ਇਹ ਨਹੀਂ ਇਹਨਾਂ ਦੀ ਕ੍ਰੈਡੀਬਿਲਿਟੀ ਕੋਈ ਕਿਸੇ ਵੀ ਪਾਰਟੀ ਦੇ ਹੋ ਸਕਦੇ ਆ, ਸਵਾਏ ਥੋੜਾ ਬਹੁਤਾ ਕੋਈ ਹੋ ਸਕਦਾ ਇੱਕ ਤਾਂ ਇੰਡੀਵਿਜੂਅਲ ਠੀਕ ਹੋਵੇ, ਉਹਦੀ ਥੋੜੀ ਬਹੁਤੀ ਹੋਵੇ, ਪਰ ਮੈਂ ਜਨਰਲ ਗੱਲ ਕਰਦਾ। ਤੇ ਇਸ ਕਰਕੇ ਜਿਹੜਾ ਇਹਨਾਂ ਦਾ ਕੱਲ ਦੀ ਉੱਥੇ ਕੀਤਾ ਵਾ, ਬਹੁਤ ਸਾਰੇ ਹੋਰ ਕਰਦੇ ਦੇ ਬਰਾਬਰ ਦੇ ਉੱਤੇ। ਕੱਲ ਦੇ ਵਿੱਚ ਇੱਥੇ ਸਾਡੇ ਮਾਝੇ ਦੇ ਵਿੱਚ, ਇੱਥੇ ਅਮਰਕੋਟ ਪਿੰਡ ਹੈਗਾ, ਦਾਣਾ ਮੰਡੀ ਹੈਗਾ, ਉਹਦੇ ਵਿੱਚ ਇੱਕ ਲੋਕਾਂ ਦਾ ਇਕੱਠ ਹੋਇਆ। ਉਹ ਤੋਂ ਪਹਿਲਾਂ ਇਹਨਾਂ ਦੇ ਅਕਾਲੀ ਦਲ ਦੀ ਰੈਲੀ ਵੀ ਹੋਈ ਸੀ। ਜੇ ਦੋਵਾਂ ਚੀਜ਼ਾਂ ਨੂੰ ਮੈਂ ਕੰਪੇਅਰ ਕਰਾਂ, ਉਸ ਰੈਲੀ ਦੇ ਵਿੱਚ ਉਹ ਸਤਾਬਦੀ ਦੁਆਰਾ ਲੋਕ ਲਿਆਂਦੇ ਗਏ ਸੀਗੇ। ਕੱਲ ਵਾਲੇ ਇਕੱਠ ਦੇ ਵਿੱਚ ਲੋਕੀ ਆਪ ਮੁਹਾਰੇ ਆਏ ਆ, ਲੋਕਾਂ ਦਾ ਇਕੱਠ ਸੀਗਾ। ਜਿੱਥੇ ਲੋਕਾਂ ਦਾ ਇਕੱਠ ਹੁੰਦਾ ਵਾ, ਉਹਨਾਂ ਦੇ ਵਿੱਚ ਕਿਸਮ ਦੀ ਨਾ ਉਸ ਇਕੱਠ ਦੇ ਵਿੱਚ ਇੱਕ ਸੈਂਸ ਆਫ ਬਿਲੋਂਗਿੰਗ ਬਣ ਜਾਂਦੀ ਵੀ ਇਹ ਸਾਡਾ ਹੈ। ਦਿਲ ਤੋਂ ਗੱਲ ਆਉਂਦੀ ਹੈ ਕਿ ਚੀਜ਼ ਮੈਨੂੰ ਬਿਲੋਂਗ ਕਰਦੀ ਹੈ, ਇਹ ਮੇਰੀ ਆ। ਜਿਹੜੀ ਕਿ ਜਿਹੜੇ ਸਥਾਪਤੀ ਵਾਲੇ ਇਕੱਠ ਹੁੰਦੇ ਆ, ਉਹ ਜਿੱਦਾਂ ਹੁੰਦਾ ਨਾ ਬੱਧਾ ਰੁੱਧੀ ਜਿਹਾ ਜਾਂ ਹੋਰ ਕਿਸੇ ਤਰੀਕੇ ਨਾਲ, ਤੁਸੀਂ ਤੁਹਾਡੀ ਜਿਹੜੀ ਉਹਦੇ ਨਾਲ ਜਿਹੜੀ ਤੁਸੀਂ ਜੁੜਨਾ ਚਾਹੁੰਦੇ ਹੋ, ਉਹ ਉਸ ਤਰੀਕੇ ਨਾਲ ਨਹੀਂ ਜੁੜਦਾ। ਤੇ ਮੈਨੂੰ ਲੱਗਦਾ ਵੀ ਇਹਨਾਂ ਨੇ ਕਿੰਨਾ ਕੁ ਵੱਡਾ ਇਕੱਠ ਕੀਤਾ, ਠੀਕ ਆ, ਉੱਥੇ ਉਹਨਾਂ ਨੇ ਲੈ ਕੇ ਚਲੇ ਗਏ, ਉੱਥੇ ਝੰਡੇ ਕੀਤੇ, ਫੜੇ ਵੀ ਗਏ ਹੋਣਗੇ। ਪਰ ਮੈਂ ਕਹਿਣ ਤੋਂ ਭਾਵ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ, ਪਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਅੱਜ ਕੱਲ ਨਟੰਕੀਬਾਜ਼ੀ ਤੋਂ ਕੋਈ ਜ਼ਿਆਦਾ ਨਹੀਂ ਹੈ। ਮੈਂ ਇਹ ਜਿਹੜਾ ਸ਼ਬਦ ਬਹੁਤ ਸਖਤ ਯੂਜ਼ ਕਰ ਰਿਹਾ ਵਾਂ, ਪਰ ਆਮ ਲੋਕਾਂ ਦੀ ਭਾਸ਼ਾ 'ਚ ਤੁਸੀਂ ਗੱਲ ਕਰ ਲਓ, ਉਹਨਾਂ ਦੇ ਉੱਤੇ ਕੋਈ ਕਿਸੇ ਇਸ ਚੀਜ਼ ਦਾ ਗੱਲ ਨਹੀਂ ਫਰਕ ਪੈਂਦਾ। ਇਹਨਾਂ ਦਾ ਤਾਂ ਕੰਮ ਹੀ ਇਹ ਆ, ਇਹਨਾਂ ਨੇ ਤੇ ਇਹ ਕਰਨਾ ਹੀ ਕਰਨਾ ਹੁੰਦਾ। ਡਰਾਮੇਬਾਜ਼ੀ ਵੀ ਕਹਿ ਦਿੰਦੇ ਆ, ਨਟੰਕੀ ਵੀ ਕਹਿ ਦਿੰਦੇ ਆ। ਇਹਦੇ ਨਾਲ ਕੋਈ ਬਹੁਤ ਜ਼ਿਆਦਾ ਅਸਰ, ਜੇ ਕਹੀਏ ਵੀ ਹਮਦਰਦੀ ਖੜੀ ਹੁੰਦੀ ਆ, ਜਾਂ ਕਹਿੰਦੇ ਜੀ ਬਹੁਤ ਵੱਡਾ ਕੰਮ ਕਰ ਦਿੱਤਾ। ਜਿਸ ਤਰੀਕੇ ਨਾਲ ਅਕਾਲੀਆਂ ਦਲ ਦੇ ਪਹਿਲੇ ਮੋਰਚੇ ਲੱਗਦੇ ਹੁੰਦੇ ਸੀਗੇ, ਆਜ਼ਾਦੀ ਤੋਂ ਪਹਿਲਾਂ ਵਾਲੇ ਜਾਂ ਆਜ਼ਾਦੀ ਤੋਂ ਬਾਅਦ ਵਾਲੇ, ਜਾਂ ਈਵਨ ਜਿਹੜਾ ਥੋੜਾ ਸਮਾਂ ਪਹਿਲਾਂ ਲੱਗਦੇ ਸੀਗੇ, ਜਿਹਦੇ ਵਿੱਚ ਲੋਕਾਂ ਨੂੰ ਹਮਦਰਦੀ ਹੁੰਦੀ ਸੀ ਵੀ ਹਾਂ ਠੀਕ ਆ, ਇਹ ਇਹਨਾਂ ਦੇ ਨਾਲ ਸਾਡੀ ਹਮਦਰਦੀ ਆ, ਇਹ ਚੰਗਾ ਕੰਮ ਕਰ ਰਿਹਾ। ਪਰ ਹੁਣ ਕਿਉਂਕਿ ਸਾਰੀ ਚੀਜ਼ਾਂ ਲੋਕਾਂ ਦੇ ਸਾਹਮਣੇ ਆ ਵੀ ਲੀਡਰ ਹੈ ਕੌਣ। ਪਹਿਲੀ ਗੱਲ ਤਾਂ ਇਹ ਵੀ ਲੀਡਰ ਦਾ ਜਿਹੜਾ ਸਾਰਾ ਧਰਮਦਾਰ ਹੈ, ਜਿਹੜਾ ਕਿਰਦਾਰ ਹੈ, ਰਾਜਨੀਤਿਕ ਕਿਰਦਾਰ ਹੈ, ਉਹਦਾ ਆਰਥਿਕ ਵਿਵਹਾਰ ਹੈ, ਜਾਂ ਲੋਕਾਂ ਨਾਲ ਜਿਹੜਾ ਮੇਲ ਮਿਲਾਪ ਹੈ, ਜਾਂ ਜਿਹੜਾ ਜੋ ਉਹਦੇ ਸਾਧਨ ਬਣਾ ਲੈਂਦਾ ਜਿਸ ਕਿਸਮ ਦਾ, ਜਾਂ ਵਰਤਾਰਾ ਹੁੰਦਾ, ਉਹ ਤਾਂ ਅੱਜ ਕੱਲ੍ਹ ਲੋਕਾਂ ਦੇ ਬਿਲਕੁਲ ਸਾਹਮਣੇ ਆ। ਕਿਉਂਕਿ ਇਹੀ ਤਾਂ ਇੱਕ ਤੁਹਾਡੇ ਸੋਸ਼ਲ ਮੀਡੀਆ ਦਾ ਜਾਂ ਇਸ ਮੀਡੀਆ ਦਾ ਬਹੁਤ ਵੱਡੀ ਦੇਣ ਹੈਗੀ ਆ ਵੀ ਉਹ ਲੋਕਾਂ ਨੂੰ ਐਜੂਕੇਟ ਕਰ ਰਿਹਾ, ਪੋਲੀਟੀਕਲੀ ਐਜੂਕੇਟ ਕਰ ਰਿਹਾ। ਤਾਂ ਇਸ ਕਰਕੇ ਇਸੇ ਵਜ੍ਹਾ ਕਰਕੇ ਜਿਹੜੇ ਲੀਡਰਸ ਹੈਗੇ ਆ, ਹੁਣ ਇਹ ਕੋਈ ਬਹੁਤ ਜ਼ਿਆਦਾ ਲੋਕਾਂ ਦੇ ਜਿਹੜਾ ਹੁੰਦੇ ਨਾ ਸ਼ਰਧਾ ਦੇ ਪਾਤਰ ਵਾਲੀ ਗੱਲ ਨਹੀਂ ਹੈਗੀ ਕਿ ਇਹਨਾਂ ਦੇ ਦੁਆਰਾ ਕੀਤੇ ਕੰਮ ਬਹੁਤ ਲੰਮੇ ਸਮੇਂ ਤੱਕ ਜਿਹੜਾ ਵਾ ਉਹ ਲੋਕੀ ਯਾਦ ਕਰਨ ਜਾਂ ਦਿਲ ਤੋਂ ਉਹਨਾਂ ਦੇ ਨਾਲ ਲੱਗਣ। ਪ੍ਰੋਫੈਸਰ ਸਾਹਿਬ, ਤੁਸੀਂ ਉਸ ਅਕਾਲੀ ਦਲ ਦੀ ਯਾਦ ਕਰਵਾਈ ਜਿਹੜਾ ਕਹਿੰਦਾ ਸੀ ਮੈਂ ਮਰਾਂ ਪੰਥ ਜੀਵੇ,
ਤੇ ਅੱਜ ਗੱਲ ਕੁਝ ਹੋਰ ਲੱਗਦੀ ਹੈ। ਤੇ ਦੋਸ਼ ਇਹ ਵੀ ਆਏ ਨੇ ਕਿ ਜਦੋਂ ਅਕਾਲੀ ਦਲ ਆਪਣੀਆਂ ਬੱਸਾਂ ਲੈ ਕੇ ਲੰਘੇ ਨੇ, ਸਿੰਘੂ ਬਾਰਡਰ ਦੇ ਕੋਲ ਦੀ ਲੰਘੇ ਆ, ਤੇ ਉੱਥੇ ਬੈਠੇ ਹੋਏ ਕਿਸਾਨਾਂ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਸਾਨੂੰ ਚਿੜਾਇਆ ਜਾ ਰਿਹਾ ਹੋਵੇ ਜਾਂ ਸਾਨੂੰ ਇਰੀਟੇਟ ਕੀਤਾ ਜਾ ਰਿਹਾ ਹੋਵੇ। ਇਵੇਂ ਪੰਜਾਬ ਦੇ ਵਿੱਚ ਹੁੰਦੀ ਹੈ ਕਿ ਜਦੋਂ ਕੋਈ ਰੈਲੀਆਂ ਕਰਦੇ ਨੇ, ਲੋਕ ਇਹ ਮਹਿਸੂਸ ਕਰਦੇ ਨੇ ਕਿ ਇਰੀਟੇਸ਼ਨ ਹੋ ਰਹੀ ਹੈ ਜਾਂ ਕਿ ਚਿੜਾਇਆ ਜਾ ਰਿਹਾ। ਵੀ ਐਡੀ ਸਿਆਣੀ ਪਾਰਟੀ ਜਿਹੜੀ ਆ ਉਹ ਇੱਦਾਂ ਖਹਿਬਾਜ਼ੀ ਵਾਲੇ ਜਿਹੜੇ ਹੈਗੇ ਆ ਉਹ ਦਿਸ਼ਾ ਵਿੱਚ ਕਿਉਂ ਕਦਮ ਚੁੱਕਦੀ ਆ? ਕਿਉਂ ਨਹੀਂ ਆਪਣੇ ਆਪ ਨੂੰ ਸਾਵਾਂ ਰੱਖਦੀ? ਕਿਉਂ ਨਹੀਂ ਆਪਣੇ ਆਪ ਨੂੰ ਸਬਰ ਤੇ ਸੰਤੋਖ ਨਾਲ ਲੈ ਕੇ ਰੱਖਦੀ? ਵੀ ਜੇ ਸਾਡੇ ਭੈਣ ਭਰਾ ਸਾਰੇ ਬਾਰਡਰਾਂ ਤੇ ਬੈਠੇ ਆ ਤੇ ਸਾਨੂੰ ਕਾਹਦੀ ਕਾਹਲ ਪਈ ਆ ਵੀ ਅਸੀਂ ਹੁਣ ਮੰਤਰੀ ਮੁੱਖ ਮੰਤਰੀ ਬਣਨਾ, ਜਦ ਭੈਣ ਭਰਾ ਸਾਡੇ ਅਜੇ ਬਾਰਡਰਾਂ ਤੇ ਨੇ। ਅਸਲ 'ਚ ਹੈ ਨਾ, ਇਹੀ ਸਮੱਸਿਆ ਮੈਨੂੰ ਲੱਗਦਾ ਕਿ ਮੈਂ ਲਿਖਿਆ ਸੀ ਇਹਦੇ ਬਾਰੇ ਵੀ ਜਿਹੜੀ ਇਹ ਲੀਡਰਸ਼ਿਪ ਅਕਾਲੀ ਦਲ ਦੀ ਉਹ ਲੋਕਾਂ ਦੇ ਜ਼ਿਹਨ ਦਾ ਹਿੱਸਾ ਨਹੀਂ ਬਣੀ। ਅਕਾਲੀ ਦਲ ਬਾਰੇ ਜਿਹੜਾ ਲੋਕਾਂ ਦਾ ਆਮ, ਕਿਉਂਕਿ ਮੈਂ ਦੱਸਿਆ ਸੀ ਪੇਂਡੂ ਪਾਰਟੀ ਹੈਗੀ ਆ, ਅਜੇ ਕਿ 2017 ਦੀਆਂ ਚੋਣਾਂ ਦੇ ਵਿੱਚ ਪਿੰਡਾਂ ਦੀਆਂ ਵੋਟਾਂ ਜਿਹਦਾ ਹਿੱਸਾ ਦੂਸਰੀਆਂ ਪਾਰਟੀਆਂ ਦੇ ਨਾਲੋਂ ਜ਼ਿਆਦਾ ਸੀਗਾ, ਕਾਂਗਰਸ ਨਾਲੋਂ ਜ਼ਿਆਦਾ ਸੀਗਾ, ਆਪ ਨਾਲੋਂ ਵੀ ਜ਼ਿਆਦਾ ਸੀਗਾ। ਪਰ ਇਹ ਲੋਕਾਂ ਦੀ ਸੋਚ ਦਾ, ਲੋਕਾਂ ਦੇ ਜ਼ਿਹਨ ਦਾ ਹਿੱਸਾ ਇਸ ਕਰਕੇ ਨਹੀਂ ਬਣ ਰਹੀ ਕਿ ਜਿਹੜੀ ਲੀਡਰਸ਼ਿਪ ਹੈ, ਅਕਾਲੀ ਲੀਡਰਸ਼ਿਪ ਬਾਰੇ ਇਹ ਸੋਚਿਆ ਜਾਂਦਾ ਸੀਗਾ ਵੀ ਇਹ ਆਮ ਲੋਕਾਂ ਨਾਲ ਖੜਨ ਵਾਲੇ ਬੰਦੇ ਹੈਗੇ ਆ, ਸਧਾਰਨ ਜ਼ਿੰਦਗੀ, ਮਤਲਬ ਇੱਕ ਇਮੇਜ ਹੁੰਦਾ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਕਿ ਇਹਨਾਂ ਤੋਂ ਐਕਸਪੈਕਟ ਨਹੀਂ ਕੀਤਾ ਜਾਂਦਾ। ਇਹ ਧਾਰਮਿਕ ਵੀ ਹੋਣੇ ਚਾਹੀਦੇ ਆ, ਧਰਮ ਦੇ ਨਾਲ ਕੰਸਰਨ ਕਰਦੇ ਆ, ਔਰ ਸਾਡਾ ਧਰਮ ਇੱਕ ਇਹੋ ਜਿਹਾ ਧਰਮ ਹੈਗਾ ਕਿ ਜਿਹੜਾ ਹਮੇਸ਼ਾ ਦੀਨ ਦੁਖੀਆਂ ਦੇ ਨਾਲ, ਗਰੀਬਾਂ ਦੇ ਨਾਲ ਜਾਂ ਮਾਤਰ ਲੋਕਾਂ ਦੇ ਨਾਲ ਖੜੇ ਹੋਣ ਦੀ ਜਿਹੜੀ ਉਹ ਪ੍ਰੇਰਨਾ ਦਿੰਦਾ ਹੈ। ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਜਾਂ ਜਿਹੜੇ ਸਾਡੇ ਹੋਰ ਪੀਰ ਪੈਗੰਬਰ ਹੋਏ, ਉਹਨਾਂ ਨੇ ਵੀ ਇਸੇ ਤਰੀਕੇ ਦੇ ਨਾਲ ਹੀ ਸਾਰਾ ਕੁਝ ਕੀਤਾ ਹੈ। ਦੂਸਰਾ ਇਸੇ ਵੀ ਅਕਾਲੀ ਲੀਡਰਸ਼ਿਪ ਦੇ ਵਿੱਚ ਸੈਕਰੀਫਾਈਸ ਬਹੁਤ ਜ਼ਿਆਦਾ ਹੁੰਦੀ ਰਹੀ ਸੀ। ਜੇ ਆਪਾਂ ਪਹਿਲੇ ਸਮੇਂ ਤੋਂ ਲੈ ਕੇ ਵੇਖ ਲਈਏ ਵੀ ਕਿੱਦਾਂ ਲੀਡਰ ਬਣਦੇ ਸੀ ਉਹ ਕੋਈ ਇਸ ਤਰੀਕੇ ਨਾਲ। ਇਹ 70 'ਚ ਆਣ ਕੇ ਫਿਰ ਇਹ ਖਾਸ ਕਰਕੇ ਜਦੋਂ ਨਵਾਂ ਵਰਤਾਰਾ ਆਇਆ ਵਾ, ਉਦੋਂ ਫਿਰ ਜਦੋਂ ਜਿਹੜੀ ਹੈ ਲੀਡਰਸ਼ਿਪ ਦੇ ਵਿੱਚ ਦੌੜ ਜਿਹੜੀ ਆ ਇਹ ਸਾਰੀ ਸ਼ੁਰੂ ਹੋਈ ਆ। ਪਰ ਬਾਅਦ 'ਚ ਆਣ ਕੇ ਤਾਂ ਇਹ ਲੀਡਰਸ਼ਿਪ ਕਦੀ ਵੀ, ਮੈਨੂੰ ਐਗਜ਼ੈਕਟਲੀ ਜੇ ਤੁਸੀਂ ਮੈਨੂੰ ਕਰੈਕਟ ਕਰ ਦਿਓ, ਕਿ ਜਿਹੜਾ ਮੈਂ ਥੋੜਾ ਬਹੁਤਾ ਦੇਖਿਆ ਵੀ ਕਦੀ ਵੀ ਇਹ ਪਿਤਾ ਪੁਰਖੀ ਨਹੀਂ ਹੋਈ ਜਿਹੜੀ ਅਕਾਲੀ ਲੀਡਰਸ਼ਿਪ ਸੀਗੀ। ਇਹ ਆਮ ਤੌਰ ਤੇ ਕਦੀ ਵੀ ਇਹ ਨਵਾਂ ਵਰਤਾਰਾ ਜਿਹੜਾ ਸੀਗਾ ਇਹ ਜਿਹੜਾ ਇਸ ਲੀਡਰਸ਼ਿਪ ਦੇ ਵਿੱਚ ਆਇਆ। ਹਾਂ ਠੀਕ ਆ, ਰੀਜਨਲ ਪਾਰਟੀ ਹੈਗੀ ਆ, ਪਹਿਲਾਂ ਵੀ ਰੀਜਨਲ ਪਾਰਟੀ ਸੀਗੀ। ਰੀਜਨਲ ਪਾਰਟੀ ਦੇ ਵਿੱਚ ਸਾਰਾ ਵਰਤਾਰਾ ਹੈ, ਸਿਰਫ ਅਕਾਲੀ ਦਲ ਦਾ ਨਹੀਂ ਹੈਗਾ। ਇਹ ਦੂਸਰੀਆਂ ਜਿੰਨੀਆਂ ਵੀ ਰੀਜਨਲ ਪਾਰਟੀਆਂ ਹੈਗੀਆਂ, DMK ਆ, EDMK ਆ, ਸਮਾਜਵਾਦੀ ਆ, ਆਪਣਾ ਜਨਤਾ ਦਲ, ਜੋ ਕੁਝ ਵੀ ਹੈਗਾ, ਸਾਰੀ ਰੀਜਨਲ ਪਾਰਟੀ ਜਾਂ ਤੁਹਾਡਾ ਇੱਥੇ ਸੀ ਆਪਣਾ ਹਰਿਆਣੇ ਦੇ ਵਿੱਚ ਸੀਗੀ ਲੋਕ ਦਲ ਸੀ, ਉਹਦੇ ਵਿੱਚੋਂ। ਪਰ ਦੇਖੋ ਉਹਦਾ ਹਾਲ ਕੀ ਹੋਇਆ, ਉਹ ਰੀਜਨਲ ਪਾਰਟੀਆਂ ਦੇ ਵਿੱਚੋਂ ਜਿੱਥੇ ਤੇ ਲੀਡਰਸ਼ਿਪ ਠੀਕ ਠਾਕ ਕੋਈ ਸਿਆਣੀ ਨਿਕਲ ਆਈ ਉਹ ਤਾਂ ਸਰਵਾਈਵ ਕਰਦੇ ਆ, ਬਾਕੀਆਂ ਦਾ ਤਾਂ ਸਮੱਸਿਆ ਆ ਹੀ ਗਈ। ਤੋ ਇਸ ਕਰਕੇ ਪਹਿਲੀ ਗੱਲ ਤੇ ਹੈ ਵੀ ਲੋਕਾਂ ਨੂੰ ਲੱਗਦਾ ਵੀ, ਦੂਸਰਾ ਹੈ ਕਿ ਲੀਡਰਸ਼ਿਪ ਦੇ 10 ਸਾਲ ਦੇ ਰਜੀਮ ਦੇ ਵਿੱਚ ਕਿਹੜੇ ਲੋਕ ਇਹਦੇ ਨਾਲ ਜੁੜੇ ਔਰ ਕਿਹੜੇ ਲੋਕਾਂ ਨੇ ਕਿਸ ਕਿਸਮ ਦਾ ਜਿਹੜਾ ਆਪਣੇ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਟੇਕਨ ਫਾਰ ਗ੍ਰਾਂਟਡ ਲੈ ਲਿਆ। ਇਹ ਸਭ ਤੁਸੀਂ ਸਾਰੇ ਜਾਣਦੇ ਹੋ। ਜਿਸ ਤਰੀਕੇ ਨਾਲ ਇਹਦੇ ਪਿਛਲੇ 5 ਸਾਲ ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਨਾਲ ਵਰਤਾਰਾ ਰਿਹਾ ਆਮ ਲੋਕਾਂ ਦੇ ਨਾਲ, ਪਿੰਡ ਤੋਂ ਲੈ ਕੇ ਉੱਤੋਂ ਤੱਕ, ਕਿ ਨਵੀਂ ਲੀਡਰਸ਼ਿਪ ਪਿੰਡਾਂ ਦੇ ਵਿੱਚ ਜਦੋਂ ਇਹਨਾਂ ਖੋਲ੍ਹਤਾ ਸਾਰਾ, ਜਿਹੜਾ ਮਰਜ਼ੀ ਲੀਡਰ ਬਣ ਸਕਦਾ। ਕਿੱਥੇ ਲੋਕਾਂ ਦੇ ਮਨਾਂ 'ਚ ਇਹ ਗੱਲ ਹੁੰਦੀ ਸੀ ਵੀ ਅਕਾਲੀ ਲੀਡਰ ਹੋਊਗਾ, ਸਿਆਣਾ ਹੋਊਗਾ, ਉਹ ਜਿਹੜਾ ਉਹ ਇੱਕ ਸੰਜਮ 'ਚ ਰਹੂਗਾ, ਤੇ ਕਿੱਥੇ ਜਿਹੜੇ ਥੱਲੜਾ ਜਿਹੜਾ ਤਬਕਾ ਸੀ ਇਹਨਾਂ ਦਾ ਅਕਾਲੀ ਲੀਡਰ ਦਾ, ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਾਂ ਸਟੇਟ ਦੇ ਵਿੱਚ, ਉਹਨਾਂ ਦਾ ਆਮ ਲੋਕਾਂ ਨਾਲ ਵਰਤਾਰਾ ਕਿਸ ਕਿਸਮ ਦਾ ਰਿਹਾ ਸੀਗਾ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਲਿਗੇਸੀ ਉਸੇ ਤਰੀਕੇ ਨਾਲ ਚਲੀ ਜਾਂਦੀ ਆ। ਅਜੇ ਕਿ ਅਕਾਲੀ ਲੀਡਰਸ਼ਿਪ ਜਿਹੜੀ ਹੈਗੀ ਆ, ਇਹਦਾ ਐਡਵਾਂਟੇਜ ਇਹ ਆ ਕਿ ਸਾਡੇ ਜਿਹੜਾ ਧਾਰਮਿਕ ਜਿਹੜਾ ਸਾਡਾ ਜਿਹੜੀਆਂ ਸੰਸਥਾਵਾਂ ਹੈਗੀਆਂ ਬਹੁਤ ਇੰਪੋਰਟੈਂਟ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹ ਬਹੁਤ ਵੱਡੀ ਸੰਸਥਾ ਹੈਗੀ ਆ, ਉਹ ਬਹੁਤ ਸਾਰੇ ਉਹਦੇ ਨਾਲ ਇੰਸਟੀਟਿਊਸ਼ਨ ਜੁੜੀਆਂ ਹੋ ਗਈਆਂ, ਬਹੁਤ ਸਾਰੇ ਲੋਕ ਜੁੜੇ ਹੈਗੇ ਉਹਦੇ ਵਿੱਚ। ਤੇ ਇਸ ਕਰਕੇ ਉਹ ਇਹਨਾਂ ਦਾ ਇੱਕ ਬਹੁਤ ਸੋਲਿਡ ਪੁਆਇੰਟ ਜਿਹੜਾ ਸਟਰੋਂਗ ਬੇਸ ਬਣ ਜਾਂਦਾ। ਪਰ ਇਹਦੇ ਬਾਵਜੂਦ ਵੀ ਜਿਹੜਾ ਉਸ ਕਿਸਮ ਦੀ ਜਿਹੜੀ ਇਹਦੀ ਲੈਜੀਟੀਮੇਸੀ ਨਾ ਮਿਲਣੀ, ਤਾਂ ਉਹਦਾ ਸਭ ਤੋਂ ਵੱਡਾ ਤਾਂ ਕਾਰਨ ਇਹੀ ਕਹਿ ਸਕਦੇ ਆ ਵੀ ਲੋਕਾਂ ਨੂੰ ਇਹ ਜਿਹੜੇ ਲੀਡਰਸ ਹੈਗੇ ਆ ਜਾਂ ਜਿਹੜੀ ਇਹ ਲੀਡਰਸ਼ਿਪ ਹੈਗੀ ਆ, ਅਜੇ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਜਾਂ ਬਹੁਤ ਜ਼ਿਆਦਾ ਇਤਬਾਰ ਨਹੀਂ ਹੈ। ਦੂਸਰੀ ਜਿਹੜੀ ਗੱਲ ਬਹੁਤ ਇੰਪੋਰਟੈਂਟ ਸੀ ਕਿ ਇਹ ਲੋਕਾਂ ਜਿਹੜੇ ਡਿਜੀਟਲ ਜਿਹੜੀਆਂ ਤੁਹਾਡੀਆਂ ਹੈਗੇ ਪ੍ਰਿੰਟਸ ਹੈਗੇ ਆ ਜਾਂ ਇਲੈਕਟ੍ਰੋਨਿਕ ਪ੍ਰਿੰਟਸ ਆ, ਇਹ ਬਹੁਤ ਲੰਮਾ ਸਮਾਂ ਰਹਿੰਦੇ ਆ। 1 ਸਾਲ ਪਹਿਲਾਂ ਬਿੱਲ ਬਣਿਆ ਸੀਗਾ, ਸਭ ਲੋਕਾਂ ਨੂੰ ਪਤਾ ਹੈ ਕਿ ਜਦੋਂ ਬਿੱਲ ਬਣਿਆ ਸੀਗਾ ਉਸ ਸਮੇਂ ਇਹਨਾਂ ਦਾ ਕੀ ਵਰਤਾਰਾ ਸੀ, ਕੀ ਉਸ ਕਿਸਮ ਦੇ ਕਿਸ ਕਿਸਮ ਦਾ ਚਿੱਠੀ ਇਹਨਾਂ ਨੇ ਮੰਗਵਾਈ ਗਈ ਉੱਥੋਂ। ਫਿਰ ਇਹਨਾਂ ਨੇ ਖਾਸ ਕਰਕੇ ਵੱਡੇ ਬਾਦਲ ਸਾਹਿਬ ਨੇ, ਇਹਨਾਂ ਨੇ ਜਾਂ ਜਿਹੜੇ ਉਹਨਾਂ ਦੇ ਮੰਤਰੀ ਸਾਹਿਬਾਨ ਸੀਗੇ, ਉਹਨਾਂ ਨੇ ਲੋਕਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਜਸਟੀਫਾਈ ਕੀਤਾ ਕਿ ਨਹੀਂ ਇਹ ਬਿੱਲ ਬਹੁਤ ਵਧੀਆ ਹੈਗੇ ਆ, ਇਹ ਬਿੱਲ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਇਹ ਖੇਤੀ ਵਾਸਤੇ ਬਹੁਤ ਚੰਗੇ ਆ। ਇਹਦਾ ਕਾਰਨ ਇਹ ਕੀ ਹੈਗਾ ਕਿ ਇਹ ਜਿਹੜੀ ਹੁਣ ਲੀਡਰਸ਼ਿਪ ਆ ਖਾਸ ਕਰਕੇ
ਕੁਝ ਨੂੰ ਛੱਡ ਕੇ ਇਹ ਆਮ ਲੋਕਾਂ ਨਾਲੋਂ ਇਹ ਟੁੱਟ ਚੁੱਕੀ ਆ, ਕਿਉਂਕਿ ਆਮ ਸਧਾਰਨ ਜਨਤਾ ਦੇ ਵਿੱਚ ਜਿਹੜੀ ਪਿੰਡੂ ਲਾਈਫ ਹੈਗੀ ਆ, ਜਾਂ ਜਿਹੜੀ ਆਮ ਕਿਸਾਨ ਦੀ ਜ਼ਿੰਦਗੀ ਆ, ਔਰ ਇਹਨਾਂ ਦੀ ਜ਼ਿੰਦਗੀ, ਕਿਉਂਕਿ ਇਹ ਤਾਂ ਸਰ 5 ਸਟਾਰ ਕਲਚਰ ਵਾਲੇ ਹੈਗੇ ਆ, ਇਹ ਤਾਂ ਜ਼ਮੀਨ ਦੇ ਨਾਲ ਜਿਹੜੇ ਪਿਛਲੇ ਸਮੇਂ 'ਚ ਹੁੰਦਾ ਨਾ, ਜ਼ਮੀਨ ਨਾਲ ਜੁੜ ਕੇ ਰਹਿਣ ਵਾਲੇ ਬੰਦੇ ਜਿਹੜੇ ਹੈਗੇ ਆ, ਪਿੰਡਾਂ ਦਾ ਯੂਜ਼ ਕਰਦੇ ਆ, ਰਹਿੰਦੇ ਪਿੰਡਾਂ ਦੇ ਵਿੱਚ ਬਹੁਤ ਘੱਟ ਰਹਿੰਦੇ ਆ, ਜਾਂ ਜਿਹੜਾ ਇਹਨਾਂ ਦਾ ਪਿੰਡ ਦੇ ਵਿੱਚ ਰਹਿਣ ਸਹਿਣ ਆ ਉਹ ਜਿਹੜੇ ਸ਼ਹਿਰਾਂ ਦੇ ਰਹਿਣ ਸਹਿਣ ਜਾਂ ਵੱਡੇ ਮੈਟਰੋ ਦੇ ਰਹਿਣ ਸਹਿਣ ਤੋਂ ਬਿਲਕੁਲ ਵੱਖਰਾ ਹੈ। ਕੋਈ ਵੀ ਲੀਡਰ ਜਿਹੜਾ ਹੈਗਾ, ਇਸ ਕਰਕੇ ਕੱਟ ਆਫ ਵੀ ਉਹਦੇ ਨਾਲੋਂ ਹੋਏ ਆ। ਤੇ ਦੂਸਰਾ ਇਹ ਆ ਕਿ ਇਹ ਤਾਂ ਜੇ ਸਾਲ ਪੁਰਾਣੀ ਗੱਲ ਆ ਵੀ ਇਹੀ ਲੋਕ ਜਿਹੜੇ ਸੀਗੇ ਤਾਕਤ ਦੀ ਖਾਤਰ ਇਹਨਾਂ ਨੇ ਜਿਹੜਾ ਸੀ ਉਹਨੂੰ ਨਾਲ ਜੁੜੇ ਸੀਗੇ। ਦੂਸਰਾ, ਅਕਾਲੀ ਦਲ ਦੇ ਵਿੱਚ ਆਪਣਾ ਵੀ ਕ੍ਰਾਈਸਿਸ ਖੜਾ ਹੋ ਗਿਆ ਕਿ ਇਹਨਾਂ ਦੇ ਜਿਹੜੇ ਹੈਗੇ ਸੀ ਸੀਨੀਅਰ ਬੰਦੇ ਸੀਗੇ, ਚਾਹੇ ਬ੍ਰਹਮਪੁਰਾ ਸਾਹਿਬ ਸੀਗੇ, ਚਾਹੇ ਉਹ ਢੀਂਡਸਾ ਸਾਹਿਬ ਸੀਗੇ, ਚਾਹੇ ਉਹ ਹੋਰ ਲੋਕ ਸੀਗੇ, ਸ਼ੇਖਵਾਂ ਸਾਹਿਬ ਸੀ, ਚਾਹੇ ਇਥੋਂ ਇਸ ਪਾਸੇ ਵੱਲੋਂ ਸੀ ਜਨਾਲਾ ਸਾਹਿਬ ਸੀ, ਜਾਂ ਹੋਰ ਜਿਹੜੇ ਵੀ ਲੋਕ ਹੋਣਗੇ ਜਿਹੜੇ ਇਹ ਤਾਂ ਪ੍ਰੋਮੀਨੈਂਟ ਬੰਦੇ ਸੀਗੇ ਕਿ ਜਿਨ੍ਹਾਂ ਨੇ ਇੱਥੋਂ ਛੱਡਣਾ ਸ਼ੁਰੂ ਕਰਤਾ, ਵਿਡਰਾ ਕਰਕੇ। ਉਹਦਾ ਕਾਰਨ ਇਹ ਵੀ ਹੋ ਸਕਦਾ ਵੀ ਲੀਡਰਸ਼ਿਪ ਨਾਲ ਉਹਨਾਂ ਦਾ ਕੌਨਫਲਿਕਟ ਹੋ ਹੀ ਸਕਦਾ, ਕਿਉਂਕਿ ਉਹ ਬਹੁਤ ਸੀਨੀਅਰ ਸੀਗੇ ਔਰ ਬਹੁਤ ਜਿਹੜੇ ਹੈਗੇ ਸੁੰਦਰ ਤਜਰਬਾ ਸੀਗਾ। ਉਹਨਾਂ ਨੂੰ ਲਾਂਭੇ ਕੀਤਾ ਗਿਆ ਜਦੋਂ 2019 ਦੇ ਵਿੱਚ ਜਾਂ 14 ਦੇ ਵਿੱਚ ਜਦੋਂ ਮੰਤਰੀਸ਼ਿਪ ਦੀ, ਕਿਉਂਕਿ ਮੰਤਰੀ ਤੇ ਸਾਨੂੰ ਆਪਣੀ ਸਟਰੈਂਥ ਦੇ ਨਾਲ ਹੀ ਮਿਲਣਾ ਨਾ, 10 ਪਿੱਛੇ ਤੇ 1.5 ਮੰਤਰੀ ਮਿਲੂਗਾ ਨਾ, ਜਦੋਂ ਸਾਡੀ ਸਟਰੈਂਥ ਹੀ 10 ਤੋਂ ਘੱਟ ਹੈਗੀ, 1 ਮੰਤਰੀ ਮਿਲਣਾ। ਔਰ ਤੁਸੀਂ ਸਾਰਾ ਕੁਝ ਆਪਣੇ ਤੱਕ ਹੀ ਸੈਂਟਰਲਾਈਜ਼ ਕਰੀ ਚਲੋ ਕਿ ਮੰਤਰੀ ਵੀ ਤੁਹਾਡੇ ਕੋਲ ਹੋ ਜਾਵੇ, ਫਿਰ ਤੁਸੀਂ ਚੀਫ ਮਿਨਿਸਟਰ, ਡਿਪਟੀ ਚੀਫ ਮਿਨਿਸਟਰ ਵੀ ਤੁਹਾਡੇ ਹੋ ਜਾਣ, ਤੁਹਾਡੇ ਜਿਹੜੇ ਯੂਥ ਅਕਾਲੀ ਦੇ ਪ੍ਰਧਾਨ ਵੀ ਤੁਹਾਡੇ ਟੱਬਰ ਚੋਂ ਹੋ ਜਾਵੇ, ਜਾਂ ਤੁਹਾਡੇ ਕਿਸੇ ਸਮੇਂ ਤਾਂ ਇਹ ਕਹਿੰਦੇ ਸੀ ਵੀ ਇਹਨਾਂ ਇਸ ਪਰਿਵਾਰ ਦੇ ਨਾਲ ਜਿਹੜੇ ਜੁੜੇ ਲੋਕ ਆ 30-35 ਲੋਕ, ਮੈਂ ਕਿਉਂਕਿ ਕਨਫਰਮ ਨਹੀਂ ਕਰ ਸਕਦੇ, 30-35 ਲੋਕ ਹੈਗੇ ਆ ਜਿਹੜੇ ਸਰਕਾਰ ਦੇ ਵਿੱਚ ਵੀ ਹੈਗੇ ਆ, ਪਾਰਟੀ 'ਚ ਵੀ ਹੈਗੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੋ ਗਏ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਇਹ ਚੀਜ਼ਾਂ ਲੋਕਾਂ ਨੂੰ ਐਜੀਟੇਟ ਕਰਦੀਆਂ। ਅਸੀਂ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਰਹਿੰਦੇ ਆ। ਇਹ ਖਾਨਦਾਨੀ ਜਿਹੜੀ ਹੈਗੀ ਆ ਨਾ, ਕਿ ਖਾਨਦਾਨੀ ਰਾਜਨੀਤੀ ਆ, ਖਾਨਦਾਨੀ ਰਾਜਨੀਤੀ ਜਿਹੜੀ ਹੁੰਦੀ ਆ, ਇਹ ਫਿਰ ਉਹ 'ਚ ਡੈਮੋਕ੍ਰੇਸੀ ਨਹੀਂ ਹੈਗੀ। ਫਿਰ ਤਾਂ ਰਾਜਤੰਤਰ ਕਹਿ ਦਿਓ ਤੁਸੀਂ ਵੀ ਰਾਜੇ ਦਾ ਰਾਜ ਹੈਗਾ, ਮੇਰਾ ਪਿਓ ਸੀਗਾ, ਮੇਰਾ ਬਾਬਾ ਸੀਗਾ, ਮੈਂ ਉਹਦੇ ਵਿੱਚੋਂ ਰਹਿਣਾ। ਫਿਰ ਡੈਮੋਕ੍ਰੇਸੀ ਕਿੱਥੇ ਹੁੰਦੀ ਆ ਜਦੋਂ ਤੁਸੀਂ ਦੂਸਰੇ ਲੋਕਾਂ ਨੂੰ ਕੋਈ ਸਪੇਸ ਨਹੀਂ ਦਿੰਦੇ, ਜਾਂ ਜਿਹੜੀਆਂ ਚੀਜ਼ਾਂ ਉਹਨਾਂ ਤੇ ਇੰਪੋਜ਼ ਕਰਦੇ ਹੋ। ਪਾਰਟੀ ਦੇ ਵਿੱਚ ਵੀ ਤੁਹਾਡੇ ਆਲਮੋਸਟ ਸਾਡਾ ਇੱਕ ਵੱਡਾ ਕ੍ਰਾਈਸਿਸ ਇਹ ਵੀ ਹੋ ਰਿਹਾ ਕਿ ਸਾਡੀ ਇੰਟਰਨਲ ਡੈਮੋਕ੍ਰੇਸੀ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਰਹੀ, ਔਰ ਅਲਟੀਮੇਟਲੀ ਇਹ ਇੰਟਰਨਲ ਡੈਮੋਕ੍ਰੇਸੀ ਦਾ ਨਾ ਹੋਣਾ ਜਿਹੜਾ ਹੈ, ਇਹ ਸਾਡੇ ਲੋਕਤੰਤਰ ਲਈ ਵੀ ਬਹੁਤ ਵੱਡਾ ਖਤਰਾ ਹੈ। ਜਿਸ ਕਿਸਮ ਦਾ ਵਰਤਾਰਾ ਅਸੀਂ ਅੱਜ ਕੱਲ੍ਹ ਦੇਖ ਰਹੇ ਹਾਂ, ਇਹ ਕਿਸੇ ਇੱਕ ਪਾਰਟੀ ਤੇ ਲਾਗੂ ਨਹੀਂ ਹੁੰਦਾ, ਪਰ ਹਰ ਪਾਰਟੀ ਦੇ ਵਿੱਚ ਜੋ ਹੈ ਕਿ ਪਾਵਰ ਨੂੰ ਸੈਂਟਰਲਾਈਜ਼ ਕਰੀ ਜਾਂਦੇ ਆ, ਤੇ ਜਿਹੜਾ ਉਹਨਾਂ ਦਾ ਦਬਕਾ ਹੁੰਦਾ ਵਾ, ਡੰਡਾ ਹੁੰਦਾ ਵਾ, ਡਰ ਵਾ ਲੋਕਾਂ ਦੇ ਉੱਤੇ, ਉਹਨੂੰ ਡੀਸੈਂਟਰਲਾਈਜ਼ ਕਰੀ ਜਾਂਦੇ ਆ। ਸੋ ਇਹਦੇ ਵਿੱਚ ਵੀ ਇਸੇ ਤਰੀਕੇ ਨਾਲ ਹੀ ਹੋਇਆ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਬਹੁਤ ਸਾਰੇ ਫੈਕਟਰਸ ਹੈਗੇ ਆ ਕਿ ਜਿਸ ਫੈਕਟਰਸ ਦੇ ਨਾਲ ਇਹ ਜਿਹੜੀ ਲੀਡਰਸ਼ਿਪ ਇਸ ਸਮੇਂ ਦੀ ਲੀਡਰਸ਼ਿਪ ਆ, ਇਹਨੂੰ ਬਹੁਤ ਵੱਡੇ ਮਸਲਿਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਕੁਝ ਮਸਲੇ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਭਿਅੰਕਰ ਆ, ਖਾਸ ਕਰਕੇ ਨਸ਼ੇ ਵਾਲਾ ਮਸਲਾ ਜਿਹੜਾ ਹੈਗਾ। ਨਸ਼ਾ ਹੋਣ ਵਾਲੇ ਸਮੇਂ 'ਚ ਬਹੁਤ ਜ਼ਿਆਦਾ ਵੱਧ ਰਿਹਾ ਹੈ, ਬਹੁਤ ਜ਼ਿਆਦਾ ਬਾਹਰੋਂ ਹੋ ਕੇ ਆ ਰਿਹਾ ਹੈ। ਪਰ ਇਹ ਸ਼ੁਰੂ ਕਦੋਂ ਹੁੰਦਾ, ਅਜੇ ਵੀ ਇਹਨਾਂ ਨੂੰ ਲੋਕਾਂ ਨੂੰ ਉਸੇ ਸਮੇਂ ਦੇ ਨਾਲ ਹੀ ਜੋੜ ਦਿੰਦੇ ਆ ਕਿ ਇਹ ਬੰਦੇ ਉਹ 'ਚ ਇਨਵੋਲਵ ਸੀ। ਠੀਕ ਆ, ਮੇਰਾ ਖਿਆਲ ਆ ਕਿ ਇਹ ਮੰਨਣਾ ਵੀ ਪਊਗਾ ਕਿ ਜਿਹੜੀ ਨਸ਼ੇ ਦੀ ਸਮਗਲਿੰਗ ਹੁੰਦੀ ਆ ਜਾਂ ਸਾਰਾ ਕੁਝ ਇੱਥੇ ਵਿਕਦਾ ਵਾ, ਵਿਕਾਉਂਦਾ ਵਾ, ਉਹ ਆਪਣੇ ਆਪ ਨਹੀਂ ਵਿਕਦਾ। ਜਿਹੜੇ ਛੋਟੇ ਮੋਟੇ ਸਮਗਲਰ ਹੈ, ਵੱਡੇ ਸਮਗਲਰ ਹੈ, ਜਾਂ ਜਿਹੜੇ ਛੋਟੇ ਸੇਲਸਮੈਨ ਹੈ, ਸੇਲਸ ਪਰਸਨ ਹੈ, ਉਹ ਜਿਹੜੇ ਕਿਸੇ ਨਾ ਕਿਸੇ ਉਹਨਾਂ ਨੂੰ ਪੈਟਰੋਨੇਜ ਹੁੰਦਾ, ਚਾਹੇ ਉਹ ਲੀਡਰਸ਼ਿਪ ਦਾ ਹੋਵੇ, ਪੁਲਿਸ ਉਹਦੇ ਵਿੱਚ ਆਉਂਦੀ ਹੈ। ਸਾਡਾ ਸਭ ਤੋਂ ਵੱਡਾ ਕ੍ਰਾਈਸਿਸ ਹੈ ਵੀ ਜਿਸ ਤਰੀਕੇ ਦੇ ਨਾਲ ਪੁਲਿਸ ਦਾ ਜਿਹੜਾ ਪੋਲਿਟਿਸਾਈਜੇਸ਼ਨ ਕੀਤਾ ਹੈ ਪਾਰਟੀਆਂ ਨੇ, ਜਾਂ ਉਹ ਤੋਂ ਪਹਿਲਾਂ ਸ਼ੁਰੂ ਤਾਂ ਉੱਥੋਂ ਹੀ ਹੋਇਆ ਜਦੋਂ ਹਲਕਾ ਇੰਚਾਰਜ ਲਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਕਿ ਜੇ ਸਾਡਾ ਐਮਐਲਏ ਬਣਿਆ ਤਾਂ ਉਹ ਇੰਚਾਰਜ ਹੋਊਗਾ, ਜੇ ਉਹ ਬੰਦਾ ਹਾਰ ਗਿਆ ਉੱਥੋਂ ਉਹਨੂੰ ਹਲਕਾ ਇੰਚਾਰਜ ਬਣਾ ਦਿਓ। ਔਰ ਹਲਕਿਆਂ ਦੀ ਜਿਹੜੀ ਇਹਨਾਂ ਨੇ ਜਿਹੜੀ ਉਹ ਹੱਦਬੰਦੀ ਕੀਤੀ ਆ, ਉਹ ਵੀ ਸਬ ਡਿਵੀਜ਼ਨ ਦੇ ਨਾਲ ਜੋੜ ਦਿੱਤੀ ਕਿ ਤੁਹਾਡਾ ਹਲਕਾ ਇੰਚਾਰਜ ਵੀ ਹੋਊਗਾ, ਉੱਥੇ ਐਸਡੀਐਮ ਵੀ ਹੋਊਗਾ, ਉੱਥੇ ਡੀਐਸਪੀ ਵੀ ਹੋਊਗਾ, ਉੱਥੇ ਸਾਰਾ ਕੁਝ ਹੋਊਗਾ। ਔਰ ਹੁਣ ਇਹ ਚੀਜ਼ ਜਗਜ਼ਾਰ ਹੋ ਗਈ ਆ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਮੁਨਸ਼ੀ ਜਿਹੜਾ ਹੈਗਾ, ਸਿਪਾਹੀ ਜਿਹੜਾ ਹੈ, ਉਹਨੂੰ ਡਿਕਟੇਟ ਕਰਦਾ, ਐਮਐਲਏ ਕਰਦਾ ਹੈ। ਇਹ ਕਾਂਗਰਸ ਦੀ ਵੀ ਸਮੱਸਿਆ ਆਉਣ ਵਾਲੇ ਸਮੇਂ 'ਚ ਇਹੀ ਬਹੁਤ ਵੱਡੀ ਹੋਣੀ ਆ ਜਿਹੜੀ ਅਕਾਲੀ ਦਲ ਦੀ ਹੋਈ ਹੈ। ਤੋ ਇਸ ਕਰਕੇ ਸਾਰਾ ਜਿਹੜਾ ਵਰਤਾਰਾ ਹੋ ਰਿਹਾ, ਸਾਰਾ ਜਿਹੜਾ ਸਾਡੇ ਸਾਹਮਣੇ ਦਿਖਾਈ ਦੇ ਰਿਹਾ, ਇਹ ਠੀਕ ਆ ਕਿ ਇਹਦੇ ਨਾਲ ਮੈਂ ਗੱਲ ਜੋੜਨੀ ਚਾਹੂੰਗਾ ਵੀ ਮੈਨੂੰ ਤਾਂ ਲੱਗਦਾ ਵੀ ਕਿਸਾਨ ਸੰਘਰਸ਼ ਦੀ ਸਭ ਤੋਂ ਵੱਡੀ ਇਸ ਵੇਲੇ ਦੇਣ ਇਹ ਹੈਗੀ ਆ ਕਿ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਲੋਕੀ ਅਕਾਊਂਟੇਬਿਲਿਟੀ ਦੀ ਗੱਲ ਕਰਦੇ, ਕੋਈ ਵੀ ਪੋਲੀਟੀਕਲ ਪਾਰਟੀ, ਹੁਣ ਇਹ ਨਹੀਂ ਵੀ ਉਹ ਅਕਾਲੀਆਂ ਨੂੰ ਜਿਹੜਾ ਹੈਗਾ ਵਾ ਉਹਨਾਂ ਨੂੰ ਸਵਾਲ ਪੁੱਛਦੇ, ਉਹ ਕਾਂਗਰਸੀਆਂ ਨਾਲ ਵੀ ਉਹੀ ਵਰਤਾਰਾ ਹੋ ਰਿਹਾ। ਜਿਹੜੇ ਅੱਜ ਤੋਂ 2 ਸਾਲ ਪਹਿਲਾਂ, 6 ਮਹੀਨੇ ਪਹਿਲਾਂ ਬਹੁਤ ਵੱਡੇ ਧਾਕੜ ਕਾਂਗਰਸ ਦੇ ਵੀ ਐਮਐਲਏ ਹੁੰਦੇ ਸੀਗੇ ਕਿ ਜਿਹੜੇ ਕਿਸੇ ਦੀ ਪਰਵਾਹ ਨਹੀਂ ਸੀ ਕਰਦੇ, ਹੁਣ ਲੋਕ ਉਹਨਾਂ ਨੂੰ ਵੀ ਜਿਹੜਾ ਸਵਾਲ ਪੁੱਛਣ ਲੱਗ ਪਏ, ਕਿਉਂਕਿ ਉਹਨਾਂ ਦਾ ਵਰਤਾਰਾ ਵੀ ਉਹੀ ਆ ਜਿਹੜਾ ਵਰਤਾਰਾ ਜਿਹੜਾ ਸੀ ਉਹ ਅਕਾਲੀ ਦਲ ਦਾ ਜਾਂ ਅਕਾਲੀ ਪਾਰਟੀ ਦਾ ਜਾਂ ਅਕਾਲੀ ਸਰਕਾਰ ਦਾ ਸੀ। ਪ੍ਰੋਫੈਸਰ ਸਾਹਿਬ, ਤੁਸੀਂ ਬਹੁਤ ਹੀ ਵਜ਼ਨਦਾਰ ਇੱਕ ਵਿਚਾਰ ਸਾਹਮਣੇ ਰੱਖਿਆ ਕਿ ਜਿਹੜੀਆਂ ਸਾਡੀਆਂ ਲਗਭਗ ਸਾਰੀ ਸਿਆਸੀ ਪਾਰਟੀਆਂ ਨੇ
ਉਹਨਾਂ ਦਾ ਅੰਦਰੂਨੀ ਲੋਕਤੰਤਰ ਬਿਲਕੁਲ ਖਤਮ ਹੈ। ਉਸ ਲੋਕਤੰਤਰ ਦੀ ਕਦਰ ਨਹੀਂ ਹੈ। ਇਸੇ ਕਰਕੇ ਉਹ ਲੋਕਾਂ ਨਾਲੋਂ ਟੁੱਟ ਚੁੱਕੇ ਨੇ ਤੇ ਅੱਜ ਲੋਕ ਵੀ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ। ਸੋ ਜਦੋਂ ਤੱਕ ਅੰਦਰੂਨੀ ਇਹਨਾਂ ਦਾ ਲੋਕਤੰਤਰ ਨਹੀਂ ਸਥਾਪਿਤ ਹੁੰਦਾ ਤੇ ਲੋਕਾਂ ਦੇ ਨਾਲ ਇਹਨਾਂ ਦਾ ਸਹਿਚਾਰ ਬਣਨਾ ਬਹੁਤ ਔਖਾ ਹੈ। ਇਸੇ ਕਰਕੇ ਪੰਜਾਬ ਦੇ ਮਸਲਿਆਂ ਨਾਲ ਇਹਨਾਂ ਲੋਕਾਂ ਦਾ ਕੋਈ ਵੀ ਸਰੋਕਾਰ ਨਹੀਂ ਹੈ। ਤੇ ਸੱਚਮੁੱਚ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਖੇਤਰੀ ਪਾਰਟੀਆਂ ਕੇਂਦਰੀ ਪਾਰਟੀਆਂ ਬਣਨ ਨੂੰ ਦੌੜ ਰਹੀਆਂ ਨੇ, ਵਪਾਰੀਕਰਨ ਦੇ ਪ੍ਰਭਾਵ ਦੇ ਹੇਠ ਨੇ। ਤੇ ਇਸੇ ਕਰਕੇ ਜਿਹੜਾ ਪੰਜਾਬ ਅੱਜ ਬੜਾ ਵੱਡਾ ਸੰਤਾਪ ਜਿਹੜਾ ਭੋਗ ਰਿਹਾ। ਪਰ ਇੱਕ ਕਿਸਾਨੀ ਅੰਦੋਲਨ ਦੀ ਦੇਣ ਆ। ਤੁਸੀਂ ਕਿਹਾ ਕਿ ਲੋਕਾਂ ਨੇ ਅਕਾਊਂਟੇਬਿਲਟੀ ਲਈ ਅੱਜ ਆਪਣੇ ਕਦਮ ਚੁੱਕ ਲਏ ਨੇ ਕਿ ਤੁਹਾਡੀ ਜਵਾਬਦੇਹੀ ਹੈ, ਸਾਨੂੰ ਤੁਸੀਂ ਜਵਾਬ ਦਿਓ। ਤੇ ਇਸ ਅਕਾਊਂਟੇਬਿਲਟੀ ਦੇ ਦੌਰਾਨ ਸਰਕਾਰਾਂ ਨੂੰ ਸ਼ਾਇਦ ਇਹ ਕਾਫੀ ਜਿਹੜਾ ਚੁੱਭਦਾ ਹੋਵੇ, ਔਖਾ ਲੱਗਦਾ ਹੋਵੇ। ਇਹ ਵੀ ਰੌਲਾ ਪੈ ਰਿਹਾ ਵੀ ਪੰਜਾਬ ਦੇ ਵਿੱਚ ਗਵਰਨਰ ਹੀ ਰਾਜ ਲੱਗ ਸਕਦਾ ਹੈ। ਇਹਨੂੰ ਤੁਸੀਂ ਸਾਰੀ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਹੋ? ਨਹੀਂ, ਇਹ ਸਾਰੀ ਚੀਜ਼ ਹਾਈਪੋਥੈਟੀਕਲ ਹੈਗਾ। ਦੇਖੋ, ਗਵਰਨਰੀ ਰਾਜ ਦੀ ਪੋਸੀਬਿਲਿਟੀ ਹੈਗੀ। ਅੱਜ ਪਤਾ ਸ਼ਾਇਦ ਮੈਂ ਪੜ੍ਹੀ ਨਿਊਜ਼ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ, ਪੰਜਾਬ ਦੀ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਔਰ ਇਹ ਸ਼ਾਇਦ ਪਹਿਲੀ ਵਾਰੀ ਹੋ ਰਿਹਾ ਕਿ ਜਦੋਂ ਥੋੜਾ ਸਮਾਂ ਰਹਿੰਦਾ ਹੁੰਦਾ ਤੇ ਉਹਦੇ ਵਿੱਚ ਇਸ ਕਿਸਮ ਦਾ ਖਲਾਰਾ ਪੈਣਾ ਸ਼ੁਰੂ ਹੋ ਜਾਂਦਾ ਵਾ। ਇਹਦਾ ਮਤਲਬ ਇਹ ਅੰਦਰਲੇ ਪਾਸੇ ਵੱਲ ਬਹੁਤ ਵੱਡਾ ਇੱਕ ਕਿਸਮ ਦਾ ਜਿਹੜਾ ਮਤਲਬ ਕਹਿੰਦੇ ਨਾ ਵੀ ਇੱਕ ਤੂਫਾਨ ਹੈ ਜਿਹੜਾ ਥੱਲੇ ਜਿਹੜਾ ਨਾ ਕਾਰਪੇਟ ਦੇ ਥੱਲੇ ਜਿਹੜਾ ਅਜੇ ਤੱਕ ਇਹਨਾਂ ਨੇ ਦਬਾ ਕੇ ਰੱਖਿਆ। ਜੇ ਉਹ ਜਿਹੜੀ ਹੈਗੀ ਆ, ਕਿਉਂਕਿ ਪਹਿਲੀ ਵਾਰੀ ਹੋਇਆ ਕਿ ਜਿਹੜੀ ਲੈਜਿਸਲੇਟਿਵ ਜਿਹੜੇ ਖਾਸ ਕਰਕੇ MLAs ਆ, ਮੰਤਰੀ ਜਿਹੜੇ ਆ ਬਾਗੀ ਹੋਏ ਆ ਇਹ ਮੁੱਖ ਮੰਤਰੀ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਬਾਗੀ ਆ। ਪਰ ਟ੍ਰੈਜਡੀ ਇਹਦੀ ਕਾਂਗਰਸ ਦੀ ਹੈ ਵੀ ਕਾਂਗਰਸ ਜਿਹੜੀ ਹਾਈ ਕਮਾਂਡ ਆ, ਜਿਹਨੂੰ ਸੋ ਕਾਲਡ ਹਾਈ ਕਮਾਂਡ ਕਹਿੰਦੇ ਆ, ਉਹ ਆਪ ਹੀ ਬਹੁਤ ਜ਼ਿਆਦਾ ਵੀਕ ਆ। ਉਹਦੇ ਆਪਣੇ ਪੱਲੇ ਕੁਛ ਨਹੀਂ, ਉੱਥੇ ਕੋਈ ਡਿਸੀਜਨ ਨਹੀਂ ਹੋ ਰਿਹਾ, ਉੱਥੇ ਸਾਰੀਆਂ ਚੀਜ਼ਾਂ ਨੂੰ ਪੈਂਡਿੰਗ ਰੱਖਿਆ ਜਾ ਰਿਹਾ ਵਾ। ਉੱਥੇ ਵੀ ਉਹ ਟਾਈਮ ਪਾਸ ਕਰਦੇ ਆ। ਵੀਕ ਲੀਡਰਸ਼ਿਪ ਦੀ ਵਜ੍ਹਾ ਕਰਕੇ ਇਹ ਜਿਹੜੀ ਹੈਗੀ ਆ ਸਰਕਾਰ ਵੀ ਜਿਹੜੀ ਆ ਆਪਣੇ ਪਾਸੇ ਤੁਰੀ ਫਿਰਦੀ ਆ, ਪਾਰਟੀ ਆਪਣੇ ਪਾਸੇ ਤੁਰੀ ਫਿਰਦੀ ਆ, MLA ਆਪਣੇ ਪਾਸੇ ਤੁਰੇ ਫਿਰਦੇ ਆ, ਮੰਤਰੀ ਆਪਣੇ ਪਾਸੇ ਤੁਰੇ ਫਿਰਦੇ ਆ। ਤੇ ਲੋਕਾਂ ਦਾ ਏਜੰਡਾ ਜਿਹੜਾ ਹੈਗਾ ਖਾਸ ਕਰਕੇ ਇਸ ਸਮੇਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ ਜਾਂ ਜਿਹੜਾ ਇਸ ਸਮੇਂ 'ਚ ਉਹਨਾਂ ਕੋਲ ਡਿਸੀਜਨ ਲੈਣੇ ਸੀ, ਉਹ ਡਿਸੀਜਨ ਜਿਹੜੇ ਆ ਉਹ ਪੂਰੇ ਨਹੀਂ ਹੋ ਰਹੇ। ਤਾਂ ਜੇ ਤਾਂ ਇਹਦਾ ਚੱਲਦਾ ਰਿਹਾ, ਇਹ ਬਹੁਤ ਲਾਈਕਲੀ ਹੈਗਾ ਕਿ ਜੇ ਇਲੈਕਸ਼ਨ ਹੋਣ ਦੇ ਵਿੱਚ ਫਰਵਰੀ ਦੇ ਵਿੱਚ ਇਲੈਕਸ਼ਨ ਹੋਣੀ ਆ, ਆਪਣੇ ਕੋਲ 5-6 ਮਹੀਨੇ ਹੈਗੇ ਆ। ਜੇ ਇਦਾਂ ਦੀ ਹਬੜਾ ਦਬੜੀ ਪੈਂਦੀ ਆ ਤੇ ਗਵਰਨਰ ਰਿਪੋਰਟ ਭੇਜ ਸਕਦਾ ਕਿ ਇੱਥੇ ਜਿਹੜਾ ਹੈਗਾ ਜਿਹੜਾ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਐਸ ਪਰ ਜਿਹੜਾ ਕਨਸਟੀਟਿਊਸ਼ਨ ਉਹ ਨਹੀਂ ਚੱਲਦੀ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ MLA ਹੈਗੇ ਆ ਉਹਨਾਂ ਨੇ ਆਪਣਾ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਦੇ ਉੱਤੇ ਜਿਹੜਾ ਬੇਭਰੋਸਗੀ ਦਾ ਮਤਾ ਦਿੱਤਾ ਉਹਦੇ ਵਿੱਚੋਂ। ਜਾਂ ਬਹੁਤ ਸਾਰੇ ਹੋਰ ਕਾਰਨ ਹੋ ਸਕਦੇ ਆ ਕਿ ਉਹ ਤੇ ਚੱਲਦਾ ਹੀ ਲਾ ਐਂਡ ਆਰਡਰ ਦੀ ਸਮੱਸਿਆ ਬੜੀ ਹੈਗੀ ਆ, ਸਮਗਲਿੰਗ, ਡਰੋਨ, ਸਾਰਾ ਕੁਝ ਉਦਾਂ ਹੀ ਆਈ ਜਾ ਰਿਹਾ ਹੈ। ਜਾਂ ਜਿਸ ਤਰੀਕੇ ਦੇ ਨਾਲ ਸੈਂਟਰ ਤਾਂ ਦੇਖ ਰਿਹਾ, ਕਿਉਂਕਿ ਸਭ ਤੋਂ ਵੱਧ ਉਹਨਾਂ ਨੂੰ ਕਿਸਾਨ ਚੁੱਭਦੇ ਆ ਕਿ ਉਹ ਪੰਜਾਬ ਦੇ ਕਿਸਾਨ ਉੱਥੇ ਬੈਠੇ ਹੋ ਕੋਈ ਨਾ ਕੋਈ ਬਹਾਨਾ ਲੱਭਦੇ ਆ। ਉਹਨਾਂ ਨੇ ਪਿੱਛੇ ਜਿਹੇ ਡਿਕਟੇਟ ਵੀ ਕੀਤਾ ਸੀ ਵੀ ਤੁਹਾਡੇ ਜਿਹੜੇ ਆ ਟੋਲ ਪਲਾਜ਼ਾ ਬੰਦ ਪਏ ਆ, ਕਿਉਂਕਿ ਸਾਰੇ ਜਿਹੜੇ ਰਿਸੋਰਸਸ ਹੈਗੇ ਆ, ਪੈਸੇ ਆ, ਉਹ ਸੈਂਟਰਲਾਈਜ਼ਡ ਆ ਸੈਂਟਰਲ ਗਵਰਨਮੈਂਟ ਕੋਲ। ਕੱਲ ਨੂੰ ਇੰਨੇ ਪੈਸੇ ਕੱਟ ਲੈਣਗੇ, ਭਾਈ ਸਾਡਾ ਨੁਕਸਾਨ ਹੋਇਆ, ਤੁਸੀਂ ਸਾਨੂੰ ਕੱਟ ਕੇ ਲਾਂਭੇ ਕਰੋ। ਤੁਸੀਂ ਅਮਰਿੰਦਰ ਸਿੰਘ ਵੀ ਬਹੁਤੀ ਵਾਰੀ ਲੋਕਾਂ ਨੂੰ ਲੱਗਦਾ ਵੀ ਉਹਨਾਂ ਦੀ ਬੋਲੀ ਬੋਲਦਾ, ਖਾਸ ਕਰਕੇ ਜਿਹੜਾ ਮੁੱਖ ਮੰਤਰੀ ਨੇ ਕਿਸਾਨਾਂ ਦੇ ਬਾਰੇ ਜਿਹੜਾ ਬਿਆਨ ਦਿੱਤਾ ਸੀਗਾ ਉਹ ਤਾਂ ਕਾਂਗਰਸ ਨੂੰ ਬਹੁਤ ਜਿਹੜਾ ਹੈਗਾ ਉਹਦੀ ਸਮੱਸਿਆ ਪੈਦਾ ਕਰ ਸਕਦਾ। ਹੁਣ ਮੇਰੇ ਖਿਆਲ ਇਹੀ ਕਾਰਨ ਹੋਇਆ ਕਿ ਜਿਹੜੀ ਥੋੜੀ ਜਿਹੀ ਸ਼ਾਂਤੀ ਚੱਲ ਰਹੀ ਸੀਗੀ ਤੇ ਉਹ ਜਦੋਂ ਲੱਲ ਬਿਫੋਰ ਦ ਸਟਾਰਮ ਹੁੰਦਾ ਵੀ ਉਹ ਬਿਆਨ ਦੀ ਵਜ੍ਹਾ ਕਰਕੇ ਹੀ ਦੁਬਾਰਾ ਕਾਂਗਰਸੀਆਂ ਦੇ ਵਿੱਚ ਫਿਰ ਹਿਲਜੁਲ ਸ਼ੁਰੂ ਹੋ ਗਈ। ਕਾਂਗਰਸੀਆਂ ਨੂੰ ਵੀ ਲੱਗਣ ਡਿਆ MLAs ਨੂੰ ਵੀ ਜੇ ਅਸੀਂ ਅਗਲੀ ਇਲੈਕਸ਼ਨ ਜਿਹੜੀ ਹੈਗੀ ਆ ਅਮਰਿੰਦਰ ਸਿੰਘ ਦੀ ਅਗਵਾਈ ਥੱਲੇ ਲੜਦੇ ਆ, ਔਰ ਇਹ ਗੱਲ ਥੋੜੀ ਠੀਕ ਵੀ ਲੱਗਦੀ ਆ ਕਿ ਅਮਰਿੰਦਰ ਸਿੰਘ ਨੇ ਪਿਛਲੀਆਂ ਚੋਣਾਂ ਦੇ ਵਿੱਚ ਹਰ ਉਹ ਹੀਲਾ ਹਰਬਾ ਵਰਤਿਆ, ਕਿਸੇ ਤਰੀਕੇ ਨਾਲ ਇੰਨਾ ਡੈਸਪਰੇਟ ਸੀ ਕਿਉਂਕਿ 2012 ਦੇ ਵਿੱਚ ਉਹ ਆਪਣਾ ਸਾਰੀ ਤਿਆਰੀ ਕੀਤੀ ਸੀ ਸਹੁੰ ਚੁੱਕਣ ਦੀ ਤੇ ਉਹ ਰਹਿੰਦਾ ਅਖੀਰ ਦੇ ਉੱਤੇ ਜਿਹੜਾ ਸੀ ਥੋੜੀਆਂ ਜਿਹੀਆਂ ਵੋਟਾਂ ਦੇ ਉੱਤੇ ਜਿਹੜਾ ਸੀਗਾ ਉਹ ਬਾਹਰ ਹੈ ਗਿਆ। ਤਾਂ ਉਸਨੇ ਇਹ ਵੀ ਗੱਲ ਕਹੀ ਕਿ ਮੈਂ 5 ਸਾਲ ਜਿਹੜਾ ਹੈਗਾ ਵਾ 5 ਸਾਲ ਮੇਰੀ ਲਾਸਟ ਇਲੈਕਸ਼ਨ ਹੈਗੀ ਆ। ਫਿਰ ਇਹ ਤੋਂ ਬਾਅਦ ਇਹ ਵੀ ਕਿਹਾ ਕਿ ਮੈਂ ਆਹ ਮਸਲੇ ਹੱਲ ਕਰ ਦੂੰਗਾ। ਮਸਲੇ ਹੱਲ ਹੋਣ ਦੀ ਬਜਾਏ ਮਸਲੇ ਹੋਰ ਜਿਹੜੇ ਆ ਉਹ ਸੀਰੀਅਸ ਹੋਏ ਆ। ਕਰਪਸ਼ਨ ਪੰਜਾਬ ਦੇ ਵਿੱਚ ਪਹਿਲਾਂ ਹੁਣ ਲੋਕੀ ਭੁੱਲ ਜਾਂਦੇ ਆ, ਹੁਣ ਉਸੇ ਤਰੀਕੇ ਦੇ ਨਾਲ ਹੈ। ਤੁਸੀਂ ਕਿਸੇ ਤਹਿਸੀਲ ਦੇ ਵਿੱਚ ਚਲੇ ਜਾਓ, ਕਿਸੇ ਥਾਣੇ ਦੇ ਵਿੱਚ ਚਲੇ ਜਾਓ, ਕਿਸੇ ਸੁਵਿਧਾ ਸੈਂਟਰ ਚਲੇ ਜਾਓ, ਕਿਤੇ ਵੀ ਚਲੇ ਜਾਓ, ਕੋਈ ਕੰਮ ਚਲਾਉਣ ਲਈ ਜਾਓ, ਸਿੱਧੇ ਮੂੰਹ ਕੰਮ ਨਹੀਂ ਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਸਾਰੇ ਮੁਲਾਜ਼ਮ ਤੁਹਾਡੀ ਹੜਤਾਲ ਦੇ ਉੱਤੇ, ਲੋਕਾਂ ਦੀ ਖੱਜਲ ਖੁਆਰੀ ਇੰਨੀ ਜ਼ਿਆਦਾ ਹੋ ਰਹੀ ਆ ਕਿ ਜਿੱਦਾਂ ਜੇ ਲੋਕੀ ਉਹਨਾਂ ਨੂੰ ਗਾਲਾਂ ਕੱਢਦੇ ਆ ਤੇ ਇਹ ਦੂਸਰਿਆਂ ਨੂੰ ਕੱਢਦੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਸਰਵੇ ਵੀ ਹੋਇਆ ਸੀਗਾ, ਉਹ ਸਰਵੇ ਦੇ ਵਿੱਚ ਉਹਨਾਂ ਨੇ ਜਿਹੜੀ ਤੀਸਰੀ ਧਿਰ ਵਾ ਲੋਕਾਂ ਦੀ ਚੋਇਸ ਉਹ ਬਣਦੀ ਜਾ ਰਹੀ ਹੈ, ਭਾਵੇਂ ਕਿ ਉਹਦਾ ਆਪਣੀਆਂ ਬਹੁਤ ਜ਼ਿਆਦੀਆਂ ਸਮੱਸਿਆ ਹੈਗੀਆਂ ਉਹਦੇ ਵਿੱਚੋਂ ਕਿ ਉਹ ਬਣਦੀ ਕਿ ਨਹੀਂ ਬਣਦੀ, ਪਰ ਕਾਂਗਰਸ ਦੇ ਵੀ ਸਰਕਾਰ ਵੀ ਉਹਨੀ ਨਫ਼ਰਤ ਦੀ ਪਾਤਰ ਹੈਗੀ ਹੈ।
MLA ਸਾਹਿਬਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਪਿੰਡਾਂ 'ਚ ਜਾਵਾਂਗੇ, ਲੋਕ ਸਾਨੂੰ ਸਵਾਲ ਕਰਨਗੇ, ਔਰ ਇਹ ਬਹੁਤ ਚੰਗੀ ਗੱਲ ਹੋਈ ਆ। ਤੋ ਇਸ ਕਰਕੇ ਹੁਣ ਕੀ ਬਣਦਾ, 4-5 ਮਹੀਨੇ ਪਹਿਲਾਂ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ, ਤੁਹਾਡੀ ਆਪਣੀ ਕੋਈ ਕੋਆਰਡੀਨੇਸ਼ਨ ਨਹੀਂ ਹੈ। ਸਭ ਤੋਂ ਵੱਡੀ ਐਗਜ਼ਾਮਪਲ ਉਹ ਮਿਲੀ ਕਿ ਮੁੱਖ ਮੰਤਰੀ ਸਾਹਿਬ ਭਾਵੇਂ 1.5-2 ਸਾਲ ਤੇ ਆਪਣੇ ਨਹੀਂ ਬਾਹਰ ਨਿਕਲੇ ਕਰੋਨਾ ਕਰਕੇ, ਹੁਣ ਉਹ ਲੋਕਾਂ ਦੇ ਘਰ ਘਰ ਜਾ ਰਹੇ ਆ, MPਆਂ ਨਾਲ ਹੱਥ ਵੀ ਮਿਲਾ ਰਹੇ ਆ, ਇੱਥੇ ਨਾਲਿਆਂ ਦੇ ਵੀ ਤੁਰੇ ਫਿਰਦੇ ਆ, ਤੇ ਜਿਹੜੀ ਆਪਣੀ ਮੀਟਿੰਗ ਕਰਦੇ ਆ ਮਤਲਬ ਜਿਹੜੀ ਹੈਗੀ ਕੈਬਨਿਟ ਦੀ, ਉਹ ਵਰਚੁਅਲ ਕਰਦੇ ਆ। ਇਹਦਾ ਮਤਲਬ ਵੀ ਉਹ ਇੱਕ ਦੂਜੇ ਨੂੰ ਇਹ ਫੇਸ ਕਰਨਾ ਨਹੀਂ ਚਾਹੁੰਦੇ। ਤਾਂ ਕ੍ਰਾਈਸਿਸ ਪੋਲੀਟੀਕਲ ਸੀਰੀਅਸ ਹੈਗਾ ਵਾ, ਐਡਮਿਨਿਸਟ੍ਰੇਟਿਵ ਕ੍ਰਾਈਸਿਸ ਹੈਗਾ। ਇਹ ਹਾਲਾਤ ਦੇ ਵਿੱਚ ਬਿਊਰੋਕ੍ਰੇਸੀ ਜਿਹੜੀ ਉਹ ਅਨਕੰਟਰੋਲਡ ਹੋ ਜਾਂਦੀ ਹੈ। ਇਹੋ ਜਿਹੇ ਹਾਲਾਤ ਦੇ ਵਿੱਚ ਕੋਈ ਅਕਾਊਂਟੇਬਿਲਿਟੀ ਜਿਹੜੀ ਖਤਮ ਹੋ ਜਾਂਦੀ ਆ। ਤੇ ਮੈਨੂੰ ਲੱਗਦਾ ਵੀ ਜੇ ਇਦਾਂ ਹੀ ਚੱਲਦਾ ਰਿਹਾ ਤੇ ਇਹ ਹੋ ਵੀ ਸਕਦਾ, ਇਹ ਪੋਸੀਬਿਲਿਟੀ ਹੈਗੀ ਆ। ਪਰ ਇਸ ਕਰਕੇ ਨਹੀਂ ਪੋਸੀਬਿਲਿਟੀ ਕਿ BJP ਜਾਂ ਨਰਿੰਦਰ ਮੋਦੀ ਸਰਕਾਰ ਇੱਥੇ ਲਾਉਣੀ ਚਾਹੁੰਦੀ ਆ। ਇਸ ਪੋਸੀਬਿਲਿਟੀ ਦੇ ਜ਼ਿੰਮੇਵਾਰ ਕਾਂਗਰਸ ਸਰਕਾਰ, ਇਹਦੇ MLA ਚੁਣੇ ਹੋਏ ਜਾਂ ਇਹਦੇ ਜਿੰਨੇ ਅਧਿਕਾਰੀ ਆ ਉਹ ਖੁਦ ਜ਼ਿੰਮੇਵਾਰ ਹੋਣਗੇ। ਪਰ ਇਹਦਾ ਖਮਿਆਜਾ ਜਿਹੜਾ ਵਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਊਗਾ। ਔਰ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਪੰਜਾਬ ਦੇ ਲੋਕ ਕਦੀ ਵੀ ਮਾਫ ਨਹੀਂ ਕਰਨਗੇ ਕਿ ਜੇ ਉਹਨਾਂ ਨੂੰ ਸਿੱਧੇ ਤੌਰ ਤੇ, ਕਿਉਂਕਿ ਜੇ ਪ੍ਰੈਜ਼ੀਡੈਂਸ਼ੀਅਲ ਰੂਲ ਆ ਜਾਂਦਾ ਵਾ ਤੇ ਫਿਰ ਜਿਹੜੀ BJP ਨੂੰ ਅੱਜ ਲੋਕੀ ਲੀਡਰਾਂ ਨੂੰ ਬਾਹਰ ਨਹੀਂ ਨਿਕਲਣ ਦੇਣ ਡਏ, ਉਹ BJP ਦੇ ਲੀਡਰ ਜਿਹੜੇ DCਆਂ ਥਰੂ, SSP ਥਰੂ ਜਿਹੜਾ ਇਨਡਾਇਰੈਕਟਲੀ 4-5-6 ਮਹੀਨੇ ਭਾਵੇਂ ਐਕਸਟੈਂਡ ਵੀ ਕਰ ਸਕਦੇ ਆ। ਜ਼ਰੂਰੀ ਨਹੀਂ ਕਿ ਉਹਨਾਂ ਨੇ ਫਰਵਰੀ ਦੇ ਵਿੱਚ ਹੀ ਉਹਨਾਂ ਨੇ ਇਲੈਕਸ਼ਨ ਕਰਾਉਣੀ ਆ, ਕਿਉਂਕਿ ਜਿੱਦਾਂ ਹੁਣ ਖਬਰਾਂ ਆ ਰਹੀਆਂ ਵੀ ਜਿਸ ਤਰੀਕੇ ਨਾਲ ਹਿਊਮਨ ਰਾਈਟਸ ਕਮਿਸ਼ਨ ਨੂੰ ਲਿਖਿਆ ਜਾ ਰਿਹਾ ਵੀ ਸਾਡਾ ਉੱਥੇ ਕੋਈ ਕਿਸੇ ਦਾ ਰਸਤਾ ਬੰਦ ਨਹੀਂ ਹੋਇਆ। ਤੁਸੀਂ ਆਪਾਂ ਸਾਰੇ ਦੇਖ ਕੇ ਆਏ ਆ, ਕਿਸੇ ਨੂੰ ਕੋਈ ਤੰਗੀ ਨਹੀਂ ਹੈ, ਲੋਕੀ ਉੱਥੇ ਲੰਗਰ ਖਾਣ ਡਏ ਆ, ਫੈਕਟਰੀਆਂ 'ਚ ਕੰਮ ਚੱਲਣ ਡਿਆ। ਪਰ ਜਿਸ ਤਰੀਕੇ ਨਾਲ ਸੈਂਟਰਲ ਗਵਰਨਮੈਂਟ ਜਿਹੜੀ ਆ ਇੰਸਟੀਟਿਊਸ਼ਨ ਨੂੰ ਦਬਾ ਰਹੀ ਆ, ਤਾਂ ਮੈਨੂੰ ਲੱਗਦਾ ਵੀ ਇਹ ਜਾਂ ਜੋ ਸਟੇਟਮੈਂਟ ਮੁੱਖ ਮੰਤਰੀ ਦੀ ਆਈ ਆ, ਮੈਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਲੈਵਲ ਦੇ ਉੱਤੇ ਇਹਨਾਂ ਦੀ ਅੰਡਰਸਟੈਂਡਿੰਗ ਵੀ ਹੈਗੀ ਆ ਵੀ ਜੇ ਮੇਰੀ ਕੁਰਸੀ ਨੂੰ ਖਤਰਾ ਹੁੰਦਾ ਵਾ ਤੇ ਤੁਸੀਂ ਜਿਹੜਾ ਇੱਥੇ ਪ੍ਰੈਜ਼ੀਡੈਂਸ਼ੀਅਲ ਰੂਲ ਜਿਹੜਾ ਉਹ ਲਾ ਦੇਵੋ। ਤੇ ਇਹ ਸਾਡੇ ਲਈ ਇਸ ਵੇਲੇ ਬਹੁਤ ਵੱਡੀ ਚਿੰਤਾ ਦੀ ਗੱਲ ਹੈਗੀ ਆ, ਕਿਉਂਕਿ ਅਦਰਵਾਈਜ਼ ਸਿੱਧੇ ਤੌਰ ਤੇ ਨਹੀਂ ਲਾ ਸਕਦੇ। ਸਾਡੇ ਕੋਲ ਕੇਸ ਹੈਗੇ ਸੀ, ਉਹ SR ਬੰਬਈ ਕੇਸ ਹੈਗਾ ਸੀ 85 ਦੇ ਵਿੱਚ, ਸੁਪਰੀਮ ਕੋਰਟ ਨੇ ਕਲੀਅਰ ਡਾਇਰੈਕਸ਼ਨ ਦਿੱਤੀ ਸੀ। ਉੱਤਰਾਖੰਡ ਦੇ ਵੀ ਡਿਸਮਿਸ ਕੀਤਾ ਸੀ, ਕਲੀਅਰ ਡਾਇਰੈਕਸ਼ਨ ਦਿੱਤੀ ਸੀ। ਮਨੀਪੁਰ 'ਚ ਵੀ ਇਦਾਂ ਹੋਇਆ ਸੀਗਾ, ਫਿਰ ਦੁਬਾਰਾ ਉਹਨਾਂ ਨੂੰ ਰੀਇਨਸਟੇਟ ਕਰਨੀ ਪਈ ਸੀ। ਪਰ ਇੱਥੇ ਤਾਂ ਜਿਹੜੀ ਆਪਸੀ ਲੜਾਈ ਇਹਨਾਂ ਦੀ ਹੈਗੀ ਆ, ਜਾਂ ਆਪਸੀ ਜਿਹੜੀ ਇੱਕ ਦੂਜੇ ਦੇ ਖਿਲਾਫ ਜਿਹੜੀ ਦੂਸ਼ਣਬਾਜ਼ੀ ਆ, ਉਹੀ ਇਹਦਾ ਕਾਰਨ ਬਣ ਰਹੀ ਹੈ ਜੇ ਇਹ ਪੋਸੀਬਿਲਿਟੀ ਬਣਦੀ ਹੈ। ਪ੍ਰੋਫੈਸਰ, ਆਪਣਾ ਸਮਾਂ ਲਗਭਗ ਸਮਾਪਤੀ ਵੱਲ ਵੱਧ ਚੁੱਕਾ ਹੈ। ਆਖਰੀ ਕੋਈ ਗੱਲ ਤੁਸੀਂ ਸਾਡੇ ਸਰੋਤਿਆਂ ਨਾਲ, ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਨਹੀਂ, ਮੈਂ ਤਾਂ ਕੁਝ ਨਹੀਂ, ਮੈਂ ਤਾਂ ਇਹੀ ਕਹਿਣਾ ਵੀ ਸਾਨੂੰ ਲੋਕਾਂ 'ਚ ਨੁਕਸ ਕੱਢਣ ਦੀ ਬਜਾਏ ਸਾਨੂੰ ਆਪਣੇ ਆਪ ਦੇਖਣਾ ਚਾਹੀਦਾ। ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ। ਵੀ ਸ਼ੁੱਡ ਬੀ ਅ ਰਿਸਪੌਂਸਿਬਲ ਸਿਟੀਜ਼ਨ। ਔਰ ਉਹਦੇ ਵਿੱਚ ਜਿਹੜੇ ਸਾਡੇ ਫਰਜ਼ ਹੈਗੇ, ਮੈਂ ਨਹੀਂ ਕਹਿੰਦਾ ਵੀ ਤੁਸੀਂ ਸਭ ਨੇ ਜਿੰਦਾਬਾਦ ਮੁਰਦਾਬਾਦ ਹੀ ਕਰਨਾ ਹੈ, ਸਭ ਨੇ ਝੰਡੇ ਹੀ ਚੁੱਕਣੇ ਆ, ਸਭ ਨੇ ਉੱਥੇ ਜਾਣਾ। ਆਪਣੀ ਵੋਟ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਅਕਤੀ ਨੂੰ ਵੇਖ ਕੇ ਦਿਓ। ਆਪਣੀ ਜਿਹੜੀ ਵੋਟ ਹੈਗੀ ਆ, ਜਿਹੜੇ ਤੁਹਾਡੇ ਕੋਲ ਮੰਗਣ ਆਉਂਦੇ ਉਹਨਾਂ ਨੂੰ ਸਵਾਲ ਜ਼ਰੂਰ ਕਰੋ। ਸਵਾਲ ਜਵਾਬ ਜਿੰਨਾ ਚਿਰ ਡਾਇਲੋਗ ਨਹੀਂ ਬਣਦਾ, ਅੱਜ ਤੱਕ ਨਾ ਮੋਨੋਲੋਗ ਸੀਗਾ ਜੋ ਇਹਨਾਂ ਨੇ ਸਾਨੂੰ ਕਹਿਤਾ, ਅਸੀਂ 7 ਵਜਨ ਕਹਿ ਕੇ ਸੁਣ ਲਿਆ। ਪਹਿਲਾਂ ਇਹ ਹੁੰਦਾ ਸੀਗਾ ਕਿ 5 ਸਾਲਾਂ ਬਾਅਦ ਵੜਦੇ ਸੀ, ਹੁਣ ਥੋੜਾ ਭੋਗਾ ਭਾਗਾਂ ਤੇ ਆਉਣਾ ਸ਼ੁਰੂ ਕਰਦਾ, ਪਰ ਇਹਦੇ ਨਾਲ ਸਾਡਾ ਕੰਮ ਨਹੀਂ ਹੁੰਦਾ। ਇਹਨਾਂ ਨੇ ਸਿਸਟਮ ਬਹੁਤ ਥੱਲੇ ਤੱਕ ਕਰ ਗਿਆ। ਪੰਜਾਬ ਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ, ਮੈਂ ਇਸ ਗੱਲ ਦਾ ਧਾਰਨੀ ਆ, ਪਰ ਅਨਫੋਰਚੂਨੇਟਲੀ ਅਸੀਂ ਉਸ ਹਾਲਤ ਤੇ ਪਹੁੰਚ ਗਏ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਰਹਿਣਾ ਨਹੀਂ ਚਾਹੁੰਦਾ। ਕੋਈ ਸਾਡੀ ਯੂਥ ਜਿਹੜੀ ਹੈਗੀ ਉਹ ਰਹਿਣਾ ਨਹੀਂ ਚਾਹੁੰਦੀ। ਯੂਥ ਚਲੇ ਗਏ, ਸਾਡਾ ਕੋਈ ਫਿਊਚਰ ਨਹੀਂ ਹੈ। ਪੰਜਾਬ ਦਾ ਕਿਸੇ ਨੇ ਨਹੀਂ ਸੋਚਣਾ, ਪੰਜਾਬ ਦਾ ਸਾਨੂੰ ਖੁਦ ਆਪ ਸੋਚਣਾ ਪੈਣਾ। ਸਾਨੂੰ ਪੋਲੀਟੀਕਲ ਹੋਣਾ ਪੈਣਾ। ਪੋਲੀਟੀਕਲ ਦਾ ਮਤਲਬ ਇਹ ਨਹੀਂਗਾ ਕਿ ਅਸੀਂ ਸਵਾਲ ਕਰੀਏ, ਆਪਣੇ ਆਪ ਸੋਚੀਏ ਔਰ ਇਹ ਸੋਚੀਏ ਕਿ ਕਿੱਦਾਂ ਅਸੀਂ ਭਲਾ ਕਰ ਸਕਦੇ। ਸਾਰਿਆਂ ਦਾ ਭਲਾ ਹੋਊਗਾ ਤੇ ਮੇਰਾ ਵੀ ਭਲਾ ਹੋਊਗਾ। ਤਾਂ ਰਾਜਨੀਤਿਕ ਸਾਨੂੰ ਜ਼ਿਆਦਾ ਹੋਣਾ ਪਊਗਾ, ਚੇਤਨ ਹੋਣਾ ਪਊਗਾ। ਔਰ ਵੋਟ ਪਾਉਣ ਵੇਲੇ ਸਾਨੂੰ ਬਹੁਤ ਸੋਚ ਸਮਝ ਕੇ ਵਿਅਕਤੀ, ਚੰਗਾ ਵਿਅਕਤੀ ਆ, ਉਹਨੂੰ ਵੋਟ ਪਾਉਣੀ ਚਾਹੀਦੀ ਆ। ਕੁਛ ਨਹੀਂ ਹੁੰਦਾ, ਨਹੀਂ ਸਰਕਾਰ ਚਲਾਉਣਗੇ ਹੋਰ 6 ਮਹੀਨੇ ਬਾਅਦ ਡਿੜਦੀ ਰਵੇ। ਇੰਨੀ ਸਾਨੂੰ ਜਿਹੜੀ ਹੈਗੀ, ਖਾਸ ਕਰਕੇ ਆਪਾਂ ਕਹਿ ਦਈਏ ਕਿ 5 ਸਾਲ ਵਾਲੀ ਸਰਕਾਰ ਨਹੀਂ ਚਾਹੀਦੀ। 2.5 ਸਾਲ ਵੀ ਚੰਗਾ ਕੰਮ ਕਰ ਸਕਦੀ ਹੈ, 3 ਸਾਲ ਵੀ ਕਰ ਸਕਦੀ ਆ। ਚਰਨਿੰਗ ਪ੍ਰੋਸੈਸ ਜਿਹੜਾ ਉਹਨੂੰ ਸ਼ੁਰੂ ਕੀਤਾ ਜਾਵੇ ਤਾਂ ਕਿ ਉਹਦੇ ਵਿੱਚੋਂ ਜਿਹੜਾ ਹੈਗਾ ਕੋਈ ਨਾ ਕੋਈ ਚੰਗੀ ਚੀਜ਼ ਨਿਕਲੇ। ਤੇ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਅਸੀਂ ਲੋਕ ਹੈਗੇ ਆ, ਅਸੀਂ ਰਲ ਮਿਲ ਕੇ ਹਮਲਾ ਕਰਾਂਗੇ। ਅਸੀਂ ਆਪਣਾ ਭਲਾ ਆਪ ਕਰਨਾ ਵਾ, ਕਿਸੇ ਤੋਂ ਆਸ ਨਾ ਰੱਖੋ। ਜਿਸ ਦਿਨ ਅਸੀਂ ਇਹ ਚੀਜ਼ ਸੋਚ ਲਈ ਤੇ ਮੇਰੇ ਖਿਆਲ ਪੰਜਾਬ ਦਾ ਵੀ ਭਲਾ ਹੋ ਜਾਊਗਾ, ਸਾਡਾ ਵੀ ਭਲਾ ਹੋ ਜਾਊਗਾ, ਔਰ ਬਾਬੇ ਨਾਨਕ ਦੇ ਕਹੇ ਮੁਤਾਬਕ ਸਰਬੱਤ ਦਾ ਭਲਾ ਹੋ ਜਾਊਗਾ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ। ਪ੍ਰੋਫੈਸਰ ਸਾਹਿਬ, ਤੁਸੀਂ ਬੜੇ ਆਪਣੇ ਰੁਝੇਵਿਆਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਬਹੁਤ ਮੁੱਲੇ ਵਿਚਾਰ ਸਾਂਝੇ ਕੀਤੇ। ਖਾਸ ਕਰਕੇ ਪੰਜਾਬ ਦੀ ਤਾਜ਼ਾ ਜੋ ਸਥਿਤੀ ਆ ਉੱਤੇ ਆਪਣਾ ਵਿਸ਼ਲੇਸ਼ਣ ਕੀਤਾ। ਪੁਕਾਰ TV ਦੀ ਸਮੁੱਚੀ ਟੀਮ ਤੁਹਾਡਾ ਧੰਨਵਾਦ ਕਰਦੀ ਹੈ। ਆਸ ਕਰਦੇ ਹਾਂ ਕਿ ਸਮੇਂ-ਸਮੇਂ ਇਸੇ ਤਰ੍ਹਾਂ ਸਾਨੂੰ ਤੁਸੀਂ ਨਵਾਜ਼ਦੇ ਰਹੋਗੇ।